ਉਹ ਜੇ ਕਾਵਿ ਦੇ ਨਿਯਮਾਂ ਵਿੱਚ ਸੰਪੂਰਨ ਹੈ ਨਾ, ਫਿਰ ਆਗੇ ਕੌਣ ਲੱਗੇ। ਜੇ ਕਵਿਤਾ ਦੇ ਨਿਯਮ ਪੂਰੇ ਨਹੀਂ ਹੈ, ਫਿਰ ਸੰਗੀਤ ਦੇ ਨਿਯਮ ਨਹੀਂ ਪੂਰੇ ਹੁੰਦੇ। ਥੋੜ੍ਹੀ ਬਹੁਤੀ ਜੇ ਕਾਵਿ ਦੇ ਵਿੱਚ ਨਿਊਨਤਾ ਹੈਗੀ ਨਾ, ਕੋਈ ਲੱਖਣ ਘੱਟ ਵੱਧ ਹੈਗੇ, ਇੱਸਾਂ ਜਿਹੀਆਂ ਲਾ ਕੇ ਪੂਰੀਆਂ ਕਰ ਲੈਂਦੇ। ਸੰਗੀਤ ਦੇ ਨਿਯਮਾਂ ਨੂੰ ਇਹ ਪੂਰੇ ਕਰ ਲੈਂਦੇ। ਬਿਲਕੁਲ ਨਹੀਂ ਵੀ ਜਿਹੜੀ ਗੁੜੀ ਦੁੜੀ ਜੀ ਕੁਛ ਹੋਵੇ ਵੀ ਉਹਨੂੰ ਕਹਿਣਗੇ ਵੀ ਇਹ ਤਾਂ ਨਹੀਂ, ਵੀ ਇਹ ਤਾਂ ਅਟਕਲ ਪੱਚੂ ਹੈ, ਇਹ ਨਹੀਂ ਗਾਏ ਜਾ ਸਕਦੇ, ਇਹਨਾਂ ਦਾ ਤਾਂ ਕੀਰਤਨ ਹੋ ਸਕਦਾ ਹੈ। ਸੋ ਇਹ ਸ਼ਾਂਤ ਸਿਰਲੇਖ ਦਿੱਤਾ ਹੈ। ਇਹ ਵੀ ਜਿਹੜੀ ਅੱਗੇ ਬਾਣੀ ਆਈ ਹੈ, ਇਹ ਕਾਵਿ ਦੇ ਨਿਯਮਾਂ ਵਿੱਚ ਵੀ ਸੰਪੂਰਨ ਹੈ ਅਤੇ ਸੰਗੀਤ ਦੇ ਨਿਯਮਾਂ ਵਿੱਚ ਵੀ ਸੰਪੂਰਨ ਹੈ। ਇਸ ਕਰਕੇ ਸ਼ਾਂਤ ਲਿਖ ਦਿੱਤਾ ਹੈ। ਇਹ ਕਾਵਿ ਦੇ ਨਿਯਮਾਂ ਵਿੱਚ, ਸੰਗੀਤ ਦੇ ਨਿਯਮਾਂ ਵਿੱਚ ਸੰਪੂਰਨ ਜਿਹੜਾ ਇਹ ਸ਼ਬਦ ਮਹੱਲਾ ਪਹਿਲਾ ਦਾ ਹੈ, ਉਹ ਪਹਿਲੇ ਪਾਤਸ਼ਾਹ ਦਾ ਹੈ। ਇਸ ਦਾ ਜਿਹੜਾ ਉਚਾਰਨ ਹੈ ਉਹ ਕਿਵੇਂ ਸਬੱਬ ਬਣਿਆ ਹੈ, ਕਿਉਂਕਿ ਇਹ ਸ਼ਾਂਤ ਦੇ ਸਿਰਲੇਖ ਹੇਠ ਦੋ ਸ਼ਬਦ ਹਨ। ਇਸ ਤੋਂ ਅਗਲਾ ਸ਼ਾਂਤ ਵੀ, ਉੱਥੇ ਵੀ ਗੌੜੀ ਸ਼ਾਂਤ ਮਹੱਲਾ ਪਹਿਲਾ ਸਿਰਲੇਖ ਦਿੱਤਾ ਹੈ। ਇੱਥੇ ਰਾਗ ਗੌੜੀ ਪੂਰਵੀ ਸ਼ਾਂਤ ਮਹੱਲਾ ਪਹਿਲਾ ਕਿਹਾ ਹੈ। ਰੋ ਵਿਚਾਰ, ਕਿਉਂਕਿ ਪਹਿਲਾ ਪੂਰਵੀ ਦੇ ਦਿੱਤਾ ਹੈ, ਜਿਸ ਕਰਕੇ ਪੂਰਵੀ ਅੱਗੇ ਨਹੀਂ ਲਿਖਿਆ, ਅੱਗੇ ਸ਼ਾਂਤੀ ਲਿਖ ਦਿੱਤਾ ਹੈ। ਉਹਦੀ ਵੀ ਜਾਤੀ ਕਿਸਮ ਪੂਰਵੀ ਹੀ, ਦੋਵੇਂ ਇਸੇ ਜਾਤੀ ਵਿੱਚ ਇਸੇ ਕਿਸਮ ਵਿੱਚ ਸ਼ਬਦ ਹਨ। ਇਹਨਾਂ ਦੇ ਉਚਾਰਨ ਦਾ ਜਿਹੜਾ ਸਬੱਬ ਹੈ ਉਹ ਇਸ ਤਰ੍ਹਾਂ ਸਥਾਨਕਾਂ ਵਿੱਚ ਦੱਸਿਆ ਜਾਂਦਾ ਹੈ, ਸੰਪਰਦਾ ਵਿੱਚ ਦੱਸਿਆ ਜਾਂਦਾ ਵਿਦਿਆਰਥੀਆਂ ਨੂੰ ਵੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਚਰਦੇ ਦੱਖਣ ਦੀ ਤਰਫ ਮਹਾਰਾਸ਼ਟਰ ਵੱਲ ਵਿਚਰ ਰਹੇ ਸਨ। ਇੱਧਰ ਨਰਮਦਾ ਨਦੀ ਵੀ ਬੜੀ ਤਕੜੀ ਚੱਲ ਰਹੀ ਹੈ। ਇੱਕ ਕਿਨਾਰੇ ਤੇ ਨੇੜੇ ਤੇੜੇ ਮਹਾਰਾਜ ਫਿਰ ਤੁਰ ਰਹੇ ਸਨ। ਇੱਕ ਇੱਧਰ ਵੈਰਾਗੀਆਂ ਦੀ ਜਮਾਤ ਗੁਰੂ ਮਹਾਰਾਜ ਨੂੰ ਮਿਲੀ ਹੈ, ਵੈਰਾਗੀ ਸਾਧੂਆਂ ਦੀ। ਇਹਨਾਂ ਦਾ ਜਿਹੜਾ ਮੁਖੀ ਸੀ, ਜਿਹਨੂੰ ਸ਼੍ਰੀ ਮਹੰਤ ਕਹਿ ਦਿੰਦੇ ਹੈ, ਪੂਜਨੀਕ ਜੀ ਕਹਿ ਦਿੰਦੇ ਨੇ। ਮਹੰਤ ਕਹੋ, ਪੂਜਨੀਕ ਕਹੋ। ਸ਼੍ਰੀ ਅਰਜਨ ਸੋਭਾ ਵਾਲਾ, ਸੋਭਾ ਸੰਜੋਗਤ। ਇਸ ਤਰ੍ਹਾਂ ਇਹ ਸਤਿਕਾਰ ਦੇ ਲਫ਼ਜ਼ ਹਨ। ਅਤੇ ਇਸ ਸ਼੍ਰੀ ਮਹੰਤ ਦਾ, ਪੂਜਨੀਕ ਦਾ ਜਿਹੜਾ ਨਾਂ ਹੈ ਉਹ ਥੰਮਣ ਸ਼ਾਹ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰਾਂ ਵਿੱਚੋਂ ਹੀ ਇਹ ਭੂਆ ਦਾ ਪੁੱਤਰ ਲੱਗਦਾ ਸੀ। ਵਡਾਏ ਇਸ ਇਲਾਕੇ ਵਿੱਚ ਦੱਖਣ ਦੀ ਤਰਫ ਮਹਾਰਾਸ਼ਟਰ ਵਿੱਚ ਮੰਨਿਆ ਪੂਜਿਆ ਜਾਂਦਾ ਸੀ। ਲੋਕ ਸਾਰੇ ਕਹਿੰਦੇ ਸੀ ਵੀ ਅੱਜ ਦੇ ਸਮੇਂ ਵੀ ਥੰਮਣ ਸ਼ਾਹ ਪਹੁੰਚਿਆ ਹੋਇਆ ਹੈ, ਪੁੱਜਿਆ ਹੋਇਆ ਹੈ। ਅਤੇ ਬਹੁਤ ਇਹਦਾ ਸਤਿਕਾਰ, ਬਹੁਤ ਇਹਦਾ ਪੂਜਨ, ਬਹੁਤ ਸਾਧੂ ਇਹਦੇ ਨਾਲ ਰਹਿੰਦੇ ਸਨ। ਜਦੋਂ ਗੁਰੂ ਮਹਾਰਾਜ ਜੀ ਇਹ ਮਹਾਰਾਸ਼ਟਰ ਵੱਲ ਗਏ, ਦੱਖਣ ਦੀ ਤਰਫ ਗਏ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਆਪਣੀ ਜਮਾਤ ਸਹਿਤ ਆ ਮਿਲੇ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹ ਪ੍ਰਭਾਤ ਦੀ ਵਿਚਾਰ ਸ਼ੁਰੂ ਕੀਤੀ ਹੈ ਵੀ ਥੰਮਣ ਸ਼ਾਹ ਘਰ ਬਾਰ ਤਾਂ ਛੱਡ ਦਿੱਤਾ ਹੈ, ਆ ਵੀ ਬਹੁਤ ਤੇਰੇ ਨਾਲ ਸਾਧੂ ਸੰਤ ਰਹਿ ਰਹੇ ਹੈ, ਚੇਲੇ ਚਾਲੇ ਵੀ ਬਹੁਤ ਹੈ। ਜਿਹਦੇ ਲਈ ਘਰ ਬਾਰ ਛੱਡਿਆ ਸੀ ਵੀ ਉਹਦੀ ਕੋਈ ਪ੍ਰਾਪਤੀ ਹੋਈ ਹੈ ਕਿ ਨਹੀਂ ਹੋਈ ਹੈ। ਇਹਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ, ਅਥਰੂ ਵਗ ਪਏ। ਕਹਿੰਦੇ ਮਹਾਰਾਜ ਇੱਕ ਵਾਰੀ ਥੋੜ੍ਹਾ ਬਹੁਤਾ ਝਲਕਾਰਾ ਜਾ ਵੱਜਿਆ ਸੀ, ਉਹ ਵੀ ਸੁਪਨੇ ਵਿੱਚ ਹੋਇਆ ਸੀ, ਪ੍ਰਤੱਖ ਨਹੀਂ। ਤੇ ਉਹ ਜਦੋਂ ਮਹਾਰਾਜ ਝਲਕਾਰਾ ਵੱਜਿਆ ਸੀ, ਉਸ ਵੇਲੇ ਤਾਂ ਬੜਾ ਆਨੰਦ ਹੀ ਆਨੰਦ, ਬੜੀ ਗਹਿਮ ਹੋ ਗਈ ਸੀ। ਉਹ ਮਹਾਰਾਜ ਨਹੀਂ ਬਿਆਨ ਹੋ ਸਕਦਾ ਹੈ। ਮੁੜ ਕੇ ਨਹੀਂ ਜ਼ਿੰਦਗੀ ਵਿੱਚ ਉਹ ਨਜ਼ਾਰਾ ਆਇਆ ਹੈ, ਉਹ ਸਫਰਾ ਨਹੀਂ ਮੁੜ ਕੇ ਆਇਆ ਹੈ। ਬੜੇ ਤਰਲੇ ਲਏ, ਬੜੇ ਸਾਧਨ ਕੀਤੇ, ਬਹੁਤ ਔਖਾ ਹੋਇਆ।
घर में पता नहीं है भी एक बारी वो होया तो मुड़ के क्यों नहीं होया है। महाराज ने दस दिता सी भी तू अगे मूँह तो बक बैठा सी, दस बैठा सी मैनू आ होया, मैनू आ होया। ये भी अजार है, इनू चरीदा है, इहदा रौला नहीं पाईदा है भी मैनू इउं हो गया, मैनू हो गया है। जे मनुख अजर नूं जर लवे फिर ये वधदा जांदा है, जे अगे लग जाए फिर बस खत्म हो जाता है। जिहड़ा तूं अगे दस्सिया भी मैनू इउं होया उहदे करके खत्म। फिर इन्हें सारा दस्सिया भी जदों मैनू नज़ारा झलकारा सुपने अचाया, सुपना आया पी गया मैं जल भरिया रोए। आए न सका तुझ कन प्यारे भेज न सका हो, आओ सुभागी ने तड़िए मरसो देखा सोए। मैं तो फिर बार बार बेनतियां, हे भागा वाले नींद फिर आ जा, फिर किते वही सुपना आ जाए, फिर वही महाराज दे दर्शन हो जान, पर नहीं आया है। जदों महाराज आया सी वाहिगुरु दे दर्शन होण लगे, झलकारे वजन वे, फिर तो मोरी रुण चुन लाया। बदल बरसे बदल गरजे ते फिर मोर कहते रुण चुन लाउंदे ने, पहला पाउंदे आवाज़ां दिंदे ने। इस तरह मेरे जिहड़े कोई मोर सी ना इंदरे, इन्हां ने रुण चुनीला सी। बड़े खुशी विच महाराज नच पे पहला पाउण लगे पे सन। ये भैने सखिए मेरे लिए तो सौन का महीना ही आ गया, शौक अवस्था का समा आ गया है। इस तरह इसने अपने जी किसी समय वो अवस्था आई सी ना, वह निर्णय करके महाराज नूं दस्सिया। फिर हाथ जोड़ के कहन लगे कि महाराज जिस तरह वाहिगुरु दे ऐन प्रतख झलकारे वजन, हर पासे वाहिगुरु ही दिसे, वो कोई उपदेश दी, वो कोई मंत्र महाराज मैनू बख्शो। महाराज कहते भी पहला की तू जाप जपदा, केड़ा मंत्र जपदा? कहा कि महाराज मैं तो खोड़सा मंत्र का जाप करदा है, हरे राम 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 हरे हरे, हरे कृष्ण 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 हरे हरे। गुरु महाराज कहते नहीं भी जे अकाल पुरख नूं छेती प्राप्त करना है, फिर तू एक ओंकार सतनाम करता पुरख गुर प्रसाद, ये खोड़ से मंत्र का जाप करया कर, बड़ी छेती वाहिगुरु तेनों प्रगट हो जाएगा। कितने तो सुपने विच ही माड़ा जिहा, कितने प्रतख सब गोबिंद है, सब गोबिंद है, वो दसन लग जाएगा नामदेव वांगू। है कबीर नूं कुकर विच ही दिस रहा सी, विसरा की जैसी तेरी चाल तेरी पूछ ऊपर चमकवाल कहन लग पिया सी भी इस तरह ये अवस्था खुल जाएगी, ये जाप जपया कर। सो इस करके ये जाप तो हमेशा जाप, ये तेन प्राप्ति हो जाएगी। कहने लगे हमारा हम आए हो, कोई सो उपदेश की बख्शिश करो, जिस करके अवस्था रूपी जी रात है हमारा सोहनी बतीत हो। हुण तो जी अवस्था रूप रात है ना बड़ी दुख भरी बतीत हो रही है, मसाई प्रतख रात लगती, मसाई अमर बुलंद बतीत हो रही है। फिर गुरु महाराज जी ने ये दो शब्द थम्मण शाह के परथाए उचारण किए सन, कि परथाए उचारण किए सन, उत्तम सखी मध्यम सखी ते कनिष्ठ सखी, वो आपो विच संवाद द्वारा। उत्तम सखी जेड़े कोई परमेश्वर की प्राप्ति वाले ने साधु संत, उन्होंने उत्तम सखी रूप विच कहा है। जेड़े कोई वाहिगुरु की प्राप्ति करने साधन कर रहे ने, ते साधन करदे होया थोड़ी बहुती सफलता भी हुई है, साधन कीते सफल भी हो रहे हैं। इस तरह यानी अनुभव भी हो गया भी वाहिगुरु की साडे उपर प्रसन्नता हैगी है, वाहिगुरु जरूर सानू प्रगट होवेगा, अजे होया नहीं है। इस तरह हो है मध्यम सखियां वांग
ਜਿਹੜੇ ਕੋਈ ਕਨਿਸ਼ਟ ਸਖੀਆਂ ਵਾਂਗ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਸੰਨਤਾ ਕਿਵੇਂ ਹੁੰਦੀ ਹੈ ਪਤਾ ਹੀ ਨਹੀਂ ਹੈ, ਸਮਝ ਹੀ ਨਹੀਂ ਹੈ, ਜਾਚ ਹੀ ਨਹੀਂ ਹੈ। ਉਹ ਬੇਸਮਝ ਹਨ, ਉਹਨਾਂ ਨੂੰ ਕਨਿਸ਼ਟ ਸਖੀਆਂ ਵਾਂਗ ਕਿਹਾ ਹੈ। ਸੋ ਇਸੇ ਉਹ ਤਿੰਨੇ ਰੂਪਾਂ ਵਿੱਚ ਹੀ ਮਾਰਾ ਕਥਨ ਕਰਦੇ ਹੋਏ, ਇਹ ਥੰਮਣ ਸ਼ਾਹ ਦੇ ਤਾਈਂ ਉਪਦੇਸ਼ ਦਿੰਦੇ ਹੋਏ ਸੋ ਸਿੱਖਿਆ ਬਖਸ਼ ਰਹੇ ਹਨ। ਮੁੰਦਰੈਣ ਦੁਹੇਲੜੀਆ ਜੀਓ, ਜੀਓ ਹੈ ਵੀ ਥੰਮਣ ਸ਼ਾਹ ਜੀਓ, ਇਹ ਸਤਿਕਾਰ ਦਾ ਲਫ਼ਜ਼ ਬੋਧਕ ਲਫ਼ਜ਼ ਹੈ। ਅਭਿਆਸ ਕਰਨਾ ਹੈ। ਉਹਨਾਂ ਨੂੰ ਕੋਈ ਹਰੇ ਰਾਮ 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 ਹਰੇ ਹਰੇ ਜਪਣ ਦੀ ਲੋੜ ਨਹੀਂ ਹੈ, ਨਾ ਹੀ ਹਰੇ ਕ੍ਰਿਸ਼ਨ ਕ੍ਰਿਸ਼ਨ ਹਰੇ ਕਹਿਣ ਦੀ ਲੋੜ ਹੈ। ਗੁਰੂ ਨਾਨਕ ਜਿਹੜੇ ਪੰਥੀ ਹਨ, ਉਹਨਾਂ ਲਈ ਖੋੜਸਾ ਮੰਤਰ ਦਾ ਜਾਪ ਇਹੀ ਹੈ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਪ੍ਰਸਾਦਿ। ਇਹ ਵਸਤੂ ਨਿਰਦੇਸ਼ ਰੂਪ ਵਿੱਚ ਮੰਗਲ ਹੈ। ਇਹ ਵਾਹਿਗੁਰੂ ਬਹੁਤੇ ਨਹੀਂ ਹੈ, ਜਿਵੇਂ ਉਹ ਕਈਆਂ ਨੇ ਤਿਰਦਾ ਮੂਰਤੀ ਮੰਨ ਲਈ ਵੀ ਉਹ ਭਗਵਾਨ ਦੇ ਤਿੰਨ ਰੂਪ ਹੈ। ਉਹ ਸ਼ਿਵ ਰੂਪ ਹੈ, ਉਹ ਬ੍ਰਹਮਾ ਰੂਪ ਹੈ, ਉਹ ਵਿਸ਼ਨੂੰ ਸਰੂਪ ਹੈ। ਬ੍ਰਹਮਾ ਰੂਪ ਹੋ ਕੇ ਉਹ ਭਗਵਾਨ ਸੰਸਾਰ ਦੀ ਉਤਪਤੀ ਕਰਦਾ ਹੈ, ਵਿਸ਼ਨੂੰ ਸਰੂਪ ਹੋ ਕੇ ਉਹ ਪਾਲਣਾ ਪੋਸ਼ਣਾ ਕਰਦਾ ਹੈ, ਸ਼ਿਵ ਰੂਪ ਹੋ ਕੇ ਉਹ ਸੰਹਾਰ ਕਰਦਾ ਹੈ। ਉਹ ਇਸ ਤਰ੍ਹਾਂ ਵੀ ਉਹ ਤਿਰਦਾ ਮੂਰਤੀ ਨਹੀਂ, ਤਿੰਨ ਸਰੂਪ ਨਹੀਂ, ਸਗੋਂ ਵਾਹਿਗੁਰੂ ਇੱਕੋ ਹੈ। ਕੋਈ ਦੋ ਰੂਪ ਮੰਨਦੇ, ਇੱਕ ਨਿਰਗੁਣ ਹੈ, ਇੱਕ ਉਹਦਾ ਸਰਗੁਣ ਹੈ। ਪਰ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਹੈ। ਨਿਰਗੁਣ ਤੇ ਸਰਗੁਣ ਸਿਆ ਹੋ ਜਾਂਦਾ, ਇਸ ਕਰਕੇ ਉਹ ਇੱਕੋ ਹੀ ਨਿਰਗੁਣ ਸਰੂਪ ਹੀ ਹੈ। ਫਿਰ ਉਹੀ ਸਰਗੁਣ ਰੂਪ ਧਾਰਨ ਕਰਕੇ ਸੰਸਾਰ ਦੀ ਦੇਖ ਰੇਖ ਕਰਦਾ ਹੈ, ਪਾਲਣਾ ਪੋਸ਼ਣਾ ਕਰਦਾ ਹੈ, ਨਜ਼ਰਸਾਨੀ ਕਰਦਾ ਹੈ। ਫਿਰ ਉਹੀ ਜਦੋਂ ਜੀ ਕਰਦਾ ਸਰਗੁਣ ਤੋਂ ਫਿਰ ਨਿਰਗੁਣ ਰੂਪ ਹੋ ਜਾਂਦਾ ਹੈ। ਵਾਸਤਵ ਵਿੱਚ ਉਹ ਨਿਰਗੁਣ ਸਰੂਪ ਹੀ ਇੱਕੋ ਇੱਕ ਹੈ। ਉਹ ਤਾਂ ਇਉਂ ਹੈ ਜਿਵੇਂ ਇੱਕੋ ਜਿਹੜਾ ਪਾਤਸ਼ਾਹ ਹੁੰਦਾ ਹੈ, ਜਿਵੇਂ ਸਭਾ ਵਿੱਚ ਸਜ ਵਜ ਕੇ ਬਹਿੰਦਾ ਹੈ, ਇਰਦ ਗਿਰਦ ਵਜ਼ੀਰ ਬੈਠੇ ਹੁੰਦੇ, ਅਹਿਲਕਾਰ ਬੈਠੇ ਹੁੰਦੇ, ਪ੍ਰਜਾ ਦੇ ਲੋਕ ਬੈਠੇ ਹੁੰਦੇ। ਉਹ ਸਮਝ ਲਓ ਵਾਹਿਗੁਰੂ ਦਾ ਸਰਗੁਣ ਰੂਪ ਹੈ, ਜਦੋਂ ਇਹ ਸੰਸਾਰ ਰੂਪ ਸਭਾ ਵਿੱਚ ਬੈਠਾ ਹੁੰਦਾ, ਦੇਖ ਰੇਖ ਕਰ ਰਿਹਾ ਹੈ। ਇਹ ਪਾਤਸ਼ਾਹ ਸਭਾ ਵਿੱਚੋਂ ਉੱਠ ਕੇ ਆਪਣੇ ਮਹਿਲਾਂ ਵਿੱਚ ਚਲਾ ਜਾਏ, ਫਿਰ ਰਾਜਾ ਮਹਾਰਾਜਾ ਵਾਲੇ ਜਿਹੜੇ ਉਹ ਸਰੀਰ ਤੇ ਪਹਿਨੇ ਨਾ, ਸਿਰ ਤੇ ਮੁਕਟ ਪਹਿਨਿਆ ਹੁੰਦਾ ਹੈ, ਜਿਗਾ ਕਲਗੀ ਸਜਾਈ ਹੁੰਦੀ ਹੈ, ਹੋਰ ਗਹਿਣੇ ਵਸਤਰ ਸਜਾਏ ਭਜਾਏ ਭੂਸ਼ਿਤ ਹੋਇਆ, ਸ਼ਸਤਰ ਸ਼ੋਧ ਹੁੰਦੇ ਆ। ਫਿਰ ਸਾਰੇ ਕੱਪੜੇ ਜੇ ਲਾ ਕੇ ਇਕੱਲਾ ਹੋ ਜਾਂਦਾ ਹੈ। ਉਹ ਇੱਕੋ ਹੀ ਰਾਜਾ ਦੋ ਰੂਪਾਂ ਵਿੱਚ ਸ਼ੋਭਤ ਹੁੰਦਾ ਹੈ, ਕਿਤੇ ਸਜਿਆ ਵਜਿਆ ਹੁੰਦਾ, ਕਿਤੇ ਸਾਰਾ ਕੁਛ ਹੀ ਲਿਆ ਹੁੰਦਾ ਹੈ। ਇਸ ਤਰ੍ਹਾਂ ਜਦੋਂ ਵਾਹਿਗੁਰੂ ਸਰਗੁਣ ਰੂਪ ਵਿੱਚ ਹੁੰਦਾ ਹੈ, ਉਦੋਂ ਸਜਿਆ ਵਜਿਆ ਹੈ। ਸੋਨੇ ਨਕ ਜਨਮਰੇ ਬਾਲਾ ਕੰਚਨ ਕਾਇਆ ਸੋਨੇ ਕੀ ਢਾਲਾ, ਇਸ ਰੂਪ ਵਿੱਚ ਹੈ। ਇਸੇ ਤਰ੍ਹਾਂ ਵੀ ਉਹ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ, ਕੁਝ ਨਹੀਂ ਕਿਹਾ ਜਾਂਦਾ। ਉੱਥੇ ਨਿਰਗੁਣ ਰੂਪ ਹੈ। ਉਹ ਇੱਕੋ ਵਾਹਿਗੁਰੂ ਇੱਕ ਨਿਰਗੁਣ ਤੇ ਸਰਗੁਣ ਰੂਪ ਹੈ, ਸਭ ਦਾ ਪ੍ਰਕਾਸ਼ਕ ਹੈ। ਫਿਰ ਉਹ ਸਦਾ ਸਤ ਰੂਪ ਹੈ। ਇਹ ਜਿਹੜਾ ਸਤ ਲਫ਼ਜ਼ ਹੈ ਸਾਡੇ ਨਾਲ ਨਹੀਂ ਲੱਗ ਸਕਦਾ ਹੈ, ਕਿਉਂਕਿ ਸਤ ਸ਼ਬਦ ਉਹਦੇ ਨਾਲ ਲੱਗਦਾ ਜਿਹੜਾ ਸਦਾ ਰਹੇ, ਜਿਹਦਾ ਤਿੰਨਾਂ ਕਲਿਆਂ ਵਿੱਚ ਤਿੰਨਾਂ ਸਮੇਂ ਵਿੱਚ ਵਾਧ ਨਾ ਹੋਵੇ। ਜਿਵੇਂ ਬਦਾਂਤੀਆਂ ਨੇ ਸਤ ਦੇ ਲਕਸ਼ਣ ਕੀਤੇ, ਤ੍ਰੈ ਕਾਲ ਅਵਾਦਤੁਮ ਸਤਤਵਮ, जिसका
त्रै काल तिन्ना समय विच बाध ना हो, यानी तिन्ना समय में जिसका नाश ना होवे, उसको कहिए है सत। साडा तो किसी समय भी नाश हो सकता है, साडे नाल लफ्ज़ सत नहीं लग सकता है। साडे नाल तां जिहड़ा लफ्ज़ है ना मिथ्या लग सकता है। मिथ्या उन्होंने कहीदा भी है तो सही, पर पता नहीं है भी कदों नाश हो जाएगी। जिहड़ी कोई नाश हो जाने वाली चीज होगी उसको कहिए है मिथ्या। शरीर नाश होने वाला है, इस करके शरीर मिथ्या है, नाशवंत है। शरीर को असीं सत दी लफ्ज़ संज्ञा नहीं दे सकते, ये रहने वाला है। आत्मा जिहड़ी अंदर हैगी उहनूं ये सत दे नाल नवाज सकते हैं, आत्मा नूं सत कह सकते हैं, क्योंकि आत्मा सदा स्थित रहिंदी है। इस शरीर दे विच जिहड़ी कोई टिकी हुई है, ते शरीर खत्म हो जाए आत्मा फिर भी कायम है। इस करके भी वो वाहिगुरु सत स्वरूप है, सदा रहने वाला है। इस करके उन्होंने अविनाशी कहा है। दूसरा वह सतला लक्षण है जो अविनाशी होवे, नाश ना होवे, उसको कहिए है सत। फिर वो सत रूप हुंदा होया वाहिगुरु नाम कहिए प्रसिद्ध है। ऐसा नहीं है भी जिथे वो वाहिगुरु नाम प्रसिद्ध होवे, उहदी मशहूरी ना होवे, उहदे संबंध विच कोई ना जानदा होवे। सारे ब्रह्मंडा विच वाहिगुरु प्रसिद्ध है, भावें नौ खंड है, भावें सतदीप है, या होर पाताल ना पाताल आकाशा आकाश के है, सारे विच वाहिगुरु नाम की ये प्रसिद्ध है। जिथे किथे उहदा जाप हो रहा है, उहदा चिंतन हो रहा है, उहदा पूजन हो रहा है, ते वाहिगुरु दे संबंध विच है जो वाहिगुरु अकथ स्वरूप है, वो भी सर्वगुणा भरपूर है, और सारिया सिद्धियां शक्तियां का खजाना है, देने वाला है। इस तरह वाहिगुरु हर पासे प्रसिद्ध है। वो ऐसा गरीब नवाज है, वो अवगुणा नूं बख्शण वाला बख्शिंद है। इउं वाहिगुरु कहते सारे प्रसिद्ध है। फिर सारी सृष्टि का वो करता है। जिन्ने आ कोई करते मने गए ना, इन्हां सारियां दा करता ओ है। कुछ मनुख भी ये थोड़ा बहुता करते मने गए ने, क्यों ये भी पुत्र धियां नूं संबंध जा करके जन्म दिंदे है ना, इन्हां भी थोड़े बहुते असीं करते कह सकते हैं, पर इन्हां करतियां दा करता वाहिगुरु है। इस करके वाहिगुरु सारी सृष्टि का करता है, करने वाला है। फिर वो सारी सृष्टि विच पुरख भी है, व्यापक भी है। असीं भावें थोड़े बहुते करते हैं, पर विच नहीं हैगे। असीं कोई किसी बच्चे नूं असीं जन्म दिंदे हैं, बच्चे विच तां नहीं असीं हुंदे। बच्चा वखरा हुंदा, असल करता वो हुंदा पूरा, क्योंकि वही सारी रचना रचदा है। असीं जे करते पूरे होइए, फिर असीं सारा कुछ बच्चे दा बनाइए। साथों ना नक बन सकदा, ना बुल बन सकदा, ना दंद, ना अखां, ना नक, ना लत्तां, ना बाहां। हाँ, वाहिगुरु दी मौज है। वो हनेरा जा पर्दा जा पाया है, ते असीं कहने भी असीं बनाया है, ये साडा है। इउं करतियां दा करता वाहिगुरु है। फिर उस सारी करी हुई सृष्टि विच पुरख ये व्यापक है, जो कुछ रचिया उहदे विच विराजमान है। फिर
गुर चैतन स्वरूप है। अज्ञान के हनेरे नूं दूर करके रूप ज्ञान का प्रकाश करने वाला है। फिर वो प्रसाद आनंद स्वरूप भी है। सानू नहीं कोई कह सकता भी असी आनंद स्वरूप होइए, असी तो दुख स्वरूप ही हैं। इत्थे तो दुख की पंडा खुलियां, मझ पर दुख बदुख की लिखिया पे दुख विच होर दुख है। दुख दियां पंडा खुलियां पईयां, सुख निकलदा ही नहीं इत्थे। आ दुखां करके असी रोने धोने, किते कोई। सो वाहिगुरु प्रसाद आनंद स्वरूप है, उन्हों कोई दुख कलेश नहीं है। वो इन्हां तो दुखां तो बाहर है। ये दुखों तो छुड़ाउण वाला, आनंद की बख्शिश करने वाला है, क्योंकि वो आप आनंद स्वरूप है। ऐसा जड़ा वाहिगुरु आनंद स्वरूप चैतन स्वरूप को प्राप्त किवें हुंदा है? कहते गुर प्रसाद गुरु महाराज की कृपा करके। राग गौड़ी है, पूर्वी इहदी जाति है तथा किस्म है। ते छंद काव्य ते संगीत दे विच जिहड़े कोई लफज हन, छंद दी संज्ञा उन्हां दी जांदी जिहड़े लफज काव्य विच भी संपूर्ण होण ते संगीत दे निजमां विच भी पूरे उतरदे होण, जिन्हां नूं रागी साहिबान ठीक ढंग नाल गा सकन। वो जे काव्य दे निजमां विच संपूर्ण है ना, फिर रागी गाउण लगे। जे कविता के निजम पूरे नहीं है, फिर संगीत के निजम नहीं पूरे होंदे। थोड़ी बहुती जे काव्य दे विच न्यूनता हैगी ना, कोई लखर घट वध हैगे, इस्सां जिहां ला के पूरियां कर लेंदे। संगीत के निजमां नूं पूरे कर लेंदे। बिल्कुल नहीं भी जिहड़ी गुरी दुरी जी कुछ होवे भी उहनूं कहणगे भी ये तां नहीं भी है, ये तो अटकल पच्चू है, ये नहीं गाए जा सकते, इन्हां दा ते कीर्तन हो सकता है। तो ये शांत सिर लिख दिता है। ये भी जिहड़ी अगी बाणी आई है, ये काव्य के निजमां विच भी संपूर्ण है ते संगीत के निजमां विच भी संपूर्ण है। इस करके शांत लिख दिता है। ये काव्य के निजमां विच संगीत के निजमां विच संपूर्ण जिहड़ा ये शब्द महला पहला दे है, वो पहले पातशाह दा है। इसका जिहड़ा उचारण है वो किवें सबब बनिया है, क्योंकि ये शांत दे सिरलेख हेठ दो शब्द हैं। इस तो अगला शांत भी, उत्थे भी गौड़ी शांत महला पहला सिरलेख दिता है। इत्थे राग गौड़ी पूर्वी शांत महला पहला कहा है। रो विचार, क्योंकि पहला पूर्वी दे देता है, जिस करके पूर्वी अगे नहीं लिखे, अगे शांति लिख देता है। वही भी जाति किस्म पूर्वी ही, दोवें इस जाति जिसे किस्म के शब्द हैं। इन्हां दे उचारण का जिहड़ा सबब है इस तरह स्थान काव्य दस्या जाता है, संप्रदाय विच दस्या जाता है विद्यार्थियों को। जिस वेले गुरु नानक साहिब महाराज जी विचरदे दक्षिण की तरफ महाराष्ट्र वाली विचर रहे सन। इधर नर्मदा नदी भी बड़ी तकड़ी चल रही है। एक किनारे के नेड़े तेरे मारा फिर तो रहे सन। एक इधर वैरागियां की जमात गुरु महाराज नूं मिली है, वैरागी साधुआं दी। इन्हां दा जिहड़ा मुखी सी, इन्हों श्री महंत कह देंदे, पूजनीक भी कह देंदे ने। महंत कहो, पूजनीक कहो। श्री दर्शन शोभा वाला, शोभा संजोगत। इस तरह सत्कार के लहज हैं। इस श्री महंत का पूजनीक का जिहड़ा नाम है वो थम्मण शाह सी। गुरु नानक साहिब महाराज जी के घरां विचों ही ये भूआ का पुत्र लगदा सी।
ਵੜਾਏ ਇਸ ਇਲਾਕੇ ਵਿੱਚ ਦੱਖਣ ਦੀ ਤਰਫ ਮਹਾਰਾਸ਼ਟਰ ਵਿੱਚ ਮੰਨਿਆ ਪੂਜਿਆ ਜਾਂਦਾ ਸੀ। ਲੋਕ ਸਾਰੇ ਕਹਿੰਦੇ ਸੀ ਵੀ ਅੱਜ ਦੇ ਸਮੇਂ ਵੀ ਥੰਮਣ ਸ਼ਾਹ ਪਹੁੰਚਿਆ ਹੋਇਆ ਹੈ, ਪੁੱਜਿਆ ਹੋਇਆ ਹੈ, ਤੇ ਬਹੁਤ ਇਹਦਾ ਸਤਿਕਾਰ, ਬਹੁਤ ਇਹਦਾ ਪੂਜਨ, ਬਹੁਤ ਸਾਧੂ ਇਹਦੇ ਨਾਲ ਰਹਿੰਦੇ ਸਨ। ਜਦੋਂ ਗੁਰੂ ਮਹਾਰਾਜ ਜੀ ਇਹ ਮਹਾਰਾਸ਼ਟਰ ਵੱਲ ਗਏ, ਦੱਖਣ ਦੀ ਤਰਫ ਗਏ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਆਪਣੀ ਜਮਾਤ ਸਹਿਤ ਆ ਮਿਲੇ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹ ਪ੍ਰਭਾਸ ਦੀ ਵਿਚਾਰ ਸ਼ੁਰੂ ਕੀਤੀ ਹੈ ਵੀ ਥੰਮਣ ਸ਼ਾਹ ਘਰ ਬਾਰ ਤਾਂ ਛੱਡ ਦਿੱਤਾ ਹੈ, ਆ ਵੀ ਬਹੁਤ ਤੇਰੇ ਨਾਲ ਸਾਧੂ ਸੰਤ ਰਹਿ ਰਹੇ ਹੈ, ਚੇਲੇ ਚਾਲੇ ਵੀ ਬਹੁਤ ਹੈ, ਜਿਹਦੇ ਲਈ ਘਰ ਬਾਰ ਛੱਡਿਆ ਸੀ ਵੀ ਉਹਦੀ ਕੋਈ ਪ੍ਰਾਪਤੀ ਹੋਈ ਹੈ ਕਿ ਨਹੀਂ ਹੋਈ ਹੈ। ਇਹਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ, ਅਥਰੂ ਵਗ ਪਏ। ਕਹਿੰਦੇ ਮਹਾਰਾਜ ਇੱਕ ਵਾਰੀ ਥੋੜ੍ਹਾ ਬਹੁਤਾ ਝਲਕਾਰਾ ਜਾ ਵੱਜਿਆ ਸੀ, ਉਹ ਵੀ ਸੁਪਨੇ ਵਿੱਚ ਹੋਇਆ ਸੀ, ਪ੍ਰਤੱਖ ਨਹੀਂ। ਤੇ ਉਹ ਜਦੋਂ ਮਹਾਰਾਜ ਝਲਕਾਰਾ ਵੱਜਿਆ ਸੀ, ਉਸ ਵੇਲੇ ਤਾਂ ਬੜਾ ਆਨੰਦ ਹੀ ਬੜੀ ਗਹਿਮਾ ਹੋ ਗਈ ਸੀ। ਉਹ ਮਹਾਰਾਜ ਨਹੀਂ ਬਿਆਨ ਹੋ ਸਕਦਾ ਹੈ। ਮੁੜ ਕੇ ਨਹੀਂ ਜ਼ਿੰਦਗੀ ਵਿੱਚ ਉਹ ਨਜ਼ਾਰਾ ਆਇਆ ਹੈ, ਉਹ ਸੁਪਨਾ ਨਹੀਂ ਮੁੜ ਕੇ ਆਇਆ ਹੈ। ਬੜੇ ਤਰਲੇ ਲਏ, ਬੜੇ ਸਾਧਨ ਕੀਤੇ, ਬਹੁਤ ਔਖਾ ਹੋਇਆ। ਘਰ ਨੂੰ ਪਤਾ ਨਹੀਂ ਹੈ ਵੀ ਇੱਕ ਵਾਰੀ ਉਹ ਹੋਇਆ ਤੇ ਮੁੜ ਕੇ ਕਿਉਂ ਨਹੀਂ ਹੋਇਆ ਹੈ। ਫਿਰ ਮਹਾਰਾਜ ਨੇ ਦੱਸ ਦਿੱਤਾ ਸੀ ਵੀ ਤੂੰ ਅੱਗੇ ਮੂੰਹ ਤੋਂ ਵਕ ਬੈਠਾ ਸੀ, ਦੱਸ ਬੈਠਾ ਸੀ ਮੈਨੂੰ ਆਹ ਹੋਇਆ, ਮੈਨੂੰ ਆਹ ਹੋਇਆ। ਇਹ ਵੀ ਅਜ਼ਾਰ ਹੈ, ਇਹਨੂੰ ਜਰੀਦਾ ਹੈ, ਇਹਦਾ ਰੌਲਾ ਨਹੀਂ ਪਾਈਦਾ ਹੈ ਵੀ ਮੈਨੂੰ ਇਉਂ ਹੋ ਗਿਆ, ਮੈਨੂੰ ਹੋ ਗਿਆ ਹੈ। ਜੇ ਮਨੁੱਖ ਅਜ਼ਾਰ ਨੂੰ ਜਰ ਲਵੇ ਫਿਰ ਇਹ ਵੱਧਦਾ ਜਾਂਦਾ ਹੈ, ਜੇ ਅੱਗੇ ਲੱਗ ਜਾਏ ਫਿਰ ਬਸ ਖਤਮ ਹੋ ਜਾਂਦਾ ਹੈ। ਜਿਹੜਾ ਤੂੰ ਅੱਗੇ ਦੱਸਿਆ ਵੀ ਮੈਨੂੰ ਇਉਂ ਹੋਇਆ, ਇਉਂ ਹੋਇਆ, ਉਹਦੇ ਕਰਕੇ ਖਤਮ। ਫਿਰ ਇਹਨੇ ਸਾਰਾ ਦੱਸਿਆ ਵੀ ਜਦੋਂ ਮੈਨੂੰ ਉਹ ਨਜ਼ਾਰਾ ਝਲਕਾਰਾ ਸੁਪਨੇ ਅਚਾਇਆ, ਸੁਪਨਾ ਆਇਆ, ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਹੋਏ, ਆਓ ਸੁਭਾਗੀ ਨਿਤ ਦੀਏ ਮਤਸੋ ਦੇਖਾ ਸੋਏ। ਮੈਂ ਤਾਂ ਫੇਰ ਬਾਰ ਬਾਰ ਬੇਨਤੀਆਂ, ਹੇ ਭਾਗਾਂ ਵਾਲੀ ਨੀਂਦ ਫੇਰ ਆ ਜਾ, ਫਿਰ ਕਿਤੇ ਉਹੀ ਸੁਪਨਾ ਆ ਜਾਏ, ਫਿਰ ਉਹੀ ਮਹਾਰਾਜ ਦੇ ਦਰਸ਼ਨ ਹੋ ਜਾਣ, ਪਰ ਨਹੀਂ ਆਇਆ ਹੈ। ਜਦੋਂ ਮਹਾਰਾਜ ਉਹ ਸੁਪਨਾ ਆਇਆ ਸੀ, ਵਾਹਿਗੁਰੂ ਦੇ ਦਰਸ਼ਨ ਹੋਣ ਲੱਗੇ, ਝਲਕਾਰੇ ਵੱਜਣ ਵੇਲੇ ਫਿਰ ਤਾਂ ਮੋਰੀ ਰੁਣ ਚੁਣ ਲਾਇਆ। ਜੇ ਬੱਦਲ ਵਰਸੇ, ਬੱਦਲ ਗਰਜੇ ਤੇ ਫਿਰ ਮੋਰ ਕਹਿੰਦੇ ਰੁਣ ਚੁਣ ਲਾਉਂਦੇ ਨੇ, ਪਹਿਲਾਂ ਪਾਉਂਦੇ ਆਵਾਜ਼ਾਂ ਦਿੰਦੇ ਨੇ। ਇਸ ਤਰ੍ਹਾਂ ਮੇਰੇ ਜਿਹੜੇ ਕੋਈ ਮੋਰ ਸੀ ਨਾ ਇੰਦਰੇ, ਇਹਨਾਂ ਨੇ ਰੁਣ ਚੁਣੀ ਲਾ ਸੀ, ਔਰ ਇਹ ਖੁਸ਼ੀ ਵਿੱਚ ਮਹਾਰਾਜ ਨੱਚ ਪਏ, ਪਹਿਲਾਂ ਪਾਉਣ ਲੱਗ ਪਏ ਸਨ। ਇਹ ਭੈਣੇ ਸਖੀਏ ਮੇਰੇ ਲਈ ਤਾਂ ਉਹ ਸਾਉਣ ਦਾ ਮਹੀਨਾ ਹੀ ਆ ਗਿਆ, ਸ਼ੌਕ ਅਵਸਥਾ ਦਾ ਸਮਾਂ ਆ ਗਿਆ ਹੈ। ਇਸ ਤਰ੍ਹਾਂ ਇਸ ਨੇ ਆਪਣੀ ਜਿਹੜੀ ਕਿਸੇ ਸਮੇਂ ਉਹ ਅਵਸਥਾ ਆਈ ਸੀ ਨਾ, ਉਹਦਾ ਨਿਰਣਾ ਕਰਕੇ ਮਹਾਰਾਜ ਨੂੰ ਦੱਸਿਆ। ਫਿਰ ਹੱਥ ਜੋੜ ਕੇ ਕਹਿਣ ਲੱਗਿਆ ਕਿ ਮਹਾਰਾਜ ਜਿਸ ਤਰ੍ਹਾਂ ਵਾਹਿਗੁਰੂ ਦੇ ਐਨ ਪ੍ਰਤੱਖ ਝਲਕਾਰੇ ਵੱਜਣ, ਹਰ ਪਾਸੇ ਵਾਹਿਗੁਰੂ ਹੀ ਦਿਸੇ, ਉਹ ਕੋਈ ਉਪਦੇਸ਼ ਦਿਓ, ਕੋਈ ਮੰਤਰ ਮਹਾਰਾਜ ਮੈਨੂੰ ਬਖਸ਼ੋ। ਮਹਾਰਾਜ ਕਹਿੰਦੇ ਵੀ ਪਹਿਲਾਂ ਕੀ ਤੂੰ ਜਾਪ ਜਪਦਾ, ਕਿਹੜਾ ਮੰਤਰ ਜਪਦਾ? ਇਹਨੇ ਕਿਹਾ ਕਿ ਮਹਾਰਾਜ ਮੈਂ ਤਾਂ ਖੋਲਸਾ ਮੰਤਰ ਦਾ ਜਾਪ ਕਰਦਾ ਹੈ, ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ। ਗੁਰੂ ਵਾਲੇ ਕਹਿੰਦੇ ਨਹੀਂ ਵੀ ਜੇ ਅਕਾਲ ਪੁਰਖ ਨੂੰ ਛੇਤੀ ਪ੍ਰਾਪਤ ਕਰਨਾ ਹੈ ਫਿਰ ਤੂੰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਖੋੜਸੇ ਮੰਤਰ ਦਾ ਜਾਪ ਕਰਿਆ ਕਰ, ਬੜੀ ਛੇਤੀ ਵਾਹਿਗੁਰੂ ਤੈਨੂੰ ਪ੍ਰਗਟ ਹੋ ਜਾਏਗਾ। ਕਿਤੇ ਤਾਂ ਸੁਪਨੇ ਵਿੱਚ ਹੀ ਮਾੜਾ ਜਿਹਾ ਦੱਸਿਆ, ਕਿਤੇ ਪ੍ਰਤੱਖ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਹ ਦੱਸਣ ਲੱਗ ਜਾਏਗਾ ਨਾਮਦੇਵ ਵਾਂਗੂ।
ਕਬੀਰ ਨੂੰ ਉਹ ਕੁੱਕਰ ਵਿੱਚ ਹੀ ਉਹ ਦਿਸ ਰਿਹਾ ਸੀ ਤੇ ਵਿਸਰਾ ਕੀ ਜੈਸੀ ਤੇਰੀ ਚਾਲ ਤੇਰੀ ਪੂਛ ਉੱਪਰ ਝਮਕਵਾਲ ਕਹਿਣ ਲੱਗ ਪਿਆ ਸੀ ਵੀ ਇਸ ਤਰ੍ਹਾਂ ਇਹ ਅਵਸਥਾ ਖੁੱਲ੍ਹ ਜਾਏਗੀ, ਇਹ ਜਾਪ ਜਪਿਆ ਕਰ। ਸੋ ਇਸ ਕਰਕੇ ਇਹ ਜਾਪ ਤਾਂ ਹਮੇਸ਼ਾ ਜਾਪ, ਇਹ ਤੈਨੂੰ ਪ੍ਰਾਪਤੀ ਹੋ ਜਾਏਗੀ। ਕਹਿਣ ਲੱਗਿਆ ਮਹਾਰਾਜ ਹੁਣ ਆਏ ਹੋ, ਕੋਈ ਸੁਭ ਉਪਦੇਸ਼ ਦੀ ਬਖਸ਼ਿਸ਼ ਕਰੋ ਜਿਸ ਕਰਕੇ ਅਵਸਥਾ ਰੂਪੀ ਜਿਹੜੀ ਰਾਤ ਹੈ ਮਹਾਰਾਜ ਸੋਹਣੀ ਬਤੀਤ ਹੋਵੇ। ਹੁਣ ਤਾਂ ਜਿਹੜੀ ਅਵਸਥਾ ਰੂਪ ਰਾਤ ਹੈ ਨਾ ਬੜੀ ਦੁੱਖ ਭਰੀ ਬਤੀਤ ਹੋ ਰਹੀ ਹੈ। ਮਸਾਂ ਹੀ ਪ੍ਰਤੱਖ ਰਾਤ ਲੱਗਦੀ, ਮਸਾਂ ਹੀ ਅਮਰ ਬੁਲੰਦ ਬਤੀਤ ਹੋ ਰਹੀ ਹੈ। ਇਹ ਗੁਰੂ ਮਹਾਰਾਜ ਜੀ ਨੇ ਇਹ ਦੋ ਸ਼ਬਦ ਥੰਮਣ ਸ਼ਾਹ ਦੇ ਪਰਥਾਏ ਉਚਾਰਨ ਕੀਤੇ ਸਨ ਤੇ ਪਰਥਾਏ ਉਚਾਰਨ ਕੀਤੇ ਸਨ। ਉੱਤਮ ਸਖੀ, ਮੱਧਮ ਸਖੀ ਤੇ ਕਨਿਸ਼ਟ ਸਖੀ, ਉਹ ਆਪੋ ਵਿੱਚ ਹੀ ਸੰਵਾਦ ਦੁਆਰਾ। ਉੱਤਮ ਸਖੀ ਜਿਹੜੇ ਕੋਈ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਨੇ ਸਾਧੂ ਸੰਤ, ਉਹਨਾਂ ਨੂੰ ਉੱਤਮ ਸਖੀ ਰੂਪ ਵਿੱਚ ਕਿਹਾ ਹੈ। ਜਿਹੜੇ ਕੋਈ ਵਾਹਿਗੁਰੂ ਦੀ ਪ੍ਰਾਪਤੀ ਕਰਨ ਲਈ ਸਾਧਨ ਕਰ ਰਹੇ ਨੇ ਤੇ ਸਾਧਨ ਕਰਦਿਆਂ ਹੋਇਆਂ ਥੋੜ੍ਹੀ ਬਹੁਤੀ ਸਫਲਤਾ ਵੀ ਹੋਈ ਹੈ, ਸਾਧਨ ਕੀਤੇ ਸਫਲ ਵੀ ਹੋ ਰਹੇ ਹੈ। ਇਸ ਤਰ੍ਹਾਂ ਜਾਣੀ ਅਨੁਭਵੀ ਵੀ ਹੋ ਗਿਆ ਵੀ ਵਾਹਿਗੁਰੂ ਦੀ ਸਾਡੇ ਉੱਪਰ ਪ੍ਰਸੰਨਤਾ ਹੈਗੀ ਹੈ, ਵਾਹਿਗੁਰੂ ਜ਼ਰੂਰ ਸਾਨੂੰ ਪ੍ਰਗਟ ਹੋਵੇਗਾ, ਅਜੇ ਹੋਇਆ ਨਹੀਂ ਹੈ। ਇਸ ਤਰ੍ਹਾਂ ਉਹ ਹੈ ਮੱਧਮ ਸਖੀਆਂ ਵਾਂਗ, ਜਿਹੜੇ ਕੋਈ ਕਨਿਸ਼ਟ ਸਖੀਆਂ ਵਾਂਗ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਸੰਨਤਾ ਕਿਵੇਂ ਹੁੰਦੀ ਹੈ ਪਤਾ ਹੀ ਨਹੀਂ ਹੈ, ਸਮਝ ਹੀ ਨਹੀਂ ਹੈ, ਜਾਚ ਹੀ ਨਹੀਂ ਹੈ। ਉਹ ਬੇਸਮਝ ਹਨ, ਉਹਨਾਂ ਨੂੰ ਕਨਿਸ਼ਟ ਸਖੀਆਂ ਵਾਂਗ ਕਿਹਾ ਹੈ। ਸੋ ਇਸੇ ਉਹ ਤਿੰਨੇ ਰੂਪਾਂ ਵਿੱਚ ਹੀ ਮਾਰਾ ਕਥਨ ਕਰਦੇ ਹੋਏ, ਇਹ ਥੰਮਣ ਸ਼ਾਹ ਦੇ ਤਾਈਂ ਉਪਦੇਸ਼ ਦਿੰਦੇ ਹੋਏ ਸੋ ਸਿੱਖਿਆ ਬਖਸ਼ ਰਹੇ ਹਨ। ਮੁੰਦ ਰੈਣ ਦੁਹੇਲੜੀਆ ਜੀਓ, ਜੀਓ ਹੈ ਵੀ ਥੰਮਣ ਸ਼ਾਹ ਜੀਓ, ਇਹ ਸਤਿਕਾਰ ਦਾ ਲਫ਼ਜ਼ ਬੋਧਕ ਲਫ਼ਜ਼ ਹੈ, ਕਿਉਂਕਿ ਘਾਲਣਾ ਵਾਲਾ ਹੈ, ਕਮਾਈ ਕਰ ਰਿਹਾ ਹੈ ਵਾਹਿਗੁਰੂ ਦੀ ਦਰਗਾਹ ਦਾ, ਉਹ ਇਹ ਪਿਆਰਾ ਹੈ। ਜਿਸ ਕਰਕੇ ਲਫ਼ਜ਼ ਹੈ ਵੀ ਮੁੰਦ ਰਹਿਣ ਦੇ ਲੜੀਆ ਜੀਓ, ਹੈ ਵੀ ਸੰਤ ਜੀ, ਹੈ ਥੰਮਣ ਸ਼ਾਹ ਜੀ ਜੀਓ। ਕਨਿਸ਼ਟ ਸਖੀ ਦੁਆਰਾ ਕਹਿੰਦੇ ਇਹ ਜਿਹੜੀ ਮੁੰਦ ਹੈ, ਜਿਹੜੀ ਬੇਸਮਝ ਹੈ, ਜਿਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣਾਂ ਦਾ ਪਤਾ ਨਹੀਂ ਹੈ, ਵਾਹਿਗੁਰੂ ਦੀ ਕਿਵੇਂ ਪ੍ਰਸੰਨਤਾ ਹੁੰਦੀ ਹੈ ਇਹਦਾ ਵੀ ਕੋਈ ਪਤਾ ਨਹੀਂ ਹੈ। ਆ ਜਿਹੜੀ ਮੁੰਦ ਹੈ, ਬੇਸਮਝ ਹੈ, ਮੂਰਖ ਹੈ, ਉਹਦੀ ਵੀ ਇਹ ਥੰਮਣ ਸ਼ਾਹ ਜੀਓ ਰਹਿਣ ਦੇ ਲੜੀਆ। ਪ੍ਰਤੱਖ ਵੀ ਜਿਹੜੀ ਰਾਤ ਹੈ ਦੇਹ ਲੜੀਆ ਕਿ ਦੁੱਖਾਂ ਨਾਲ ਹੀ ਬਸਰ ਹੁੰਦੀ ਹੈ। ਉਹ ਰੂਪ ਜਿਹੜੀ ਰਾਤ ਹੈ, ਅਵਸਥਾ ਰੂਪੀ ਰਾਤ ਹੈ, ਉਹ ਵੀ ਦੇਹ ਲੜੀਆ ਕਿ ਦੁੱਖ ਨਾਲ ਹੀ ਬਸਰ ਹੁੰਦੀ ਹੈ। ਨੀਂਦ ਨਾ ਆਵੇ, ਆ ਪ੍ਰਤੱਖ ਵੀ ਨੀਂਦ ਨਹੀਂ ਆਉਂਦੀ ਹੈ। ਤੇ ਇਸੇ ਤਰ੍ਹਾਂ ਸ਼ਾਂਤੀ ਰੂਪ ਜਿਹੜੀ ਨੀਂਦ ਹੈ, ਸਮਾਧੀ ਲੱਗਣ ਰੂਪ ਜਿਹੜੀ ਨੀਂਦ ਹੈ, ਉਹ ਅੰਤਰਮੁਖ ਵਿਅਕਤੀ ਹੋ ਜਾਣੀ, ਇਹ ਵੀ ਨੀਂਦ ਹੈ। ਅੰਤਰਮੁਖ ਹੋ ਜਾਣਾ, ਮੰਦੀ ਬਿਰਤੀ ਬਾਹਰ ਨਾ ਆਉਣੀ, ਵਾਹਿਗੁਰੂ ਵਿੱਚ ਲੀਨ ਹੋ ਜਾਣੀ, ਵਾਹਜਮੁਖ ਬਿਰਤੀ ਨਾ ਹੋਣੀ, ਸੰਸਾਰਕਾਰ ਬਿਰਤੀ ਨਾ ਹੋਣੀ, ਤੇ ਉਹ ਬ੍ਰਹਮਾਕਾਰ ਬਿਰਤੀ ਹੋਈ ਰਹਿਣੀ, ਇਹਨੂੰ ਅੰਤਰਮੁਖ ਬਿਰਤੀ ਕਿਹਾ ਜਾਂਦਾ ਹੈ। ਇਹ ਅੰਤਰਮੁਖ ਦਾ ਰੂਪੀ ਜਿਹੜਾ ਬਿਰਤੀ ਦਾ ਹੋਣਾ ਹੈ, ਵਾਹਿਗੁਰੂ ਵਿੱਚ ਹੀ ਬਿਰਤੀ ਦੀ ਲੀਨਤਾ ਹੋਈ ਰਹਿਣੀ ਹੈ, ਸੰਸਾਰ ਵੱਲ ਬਿਰਤੀ ਦਾ ਆਉਣਾ ਹੀ ਨਹੀਂ ਹੈ। ਇਹ ਵੀ ਨੀਂਦ ਨਹੀਂ ਆਉਂਦੀ ਉਸਦੇ ਤਾਈਂ। ਸਾਤਨ ਦੁਬਲੀਆ ਜੀਓ, ਇਹ ਵੀ ਥੰਮਣ ਸ਼ਾਹ ਜੀ, ਸਾਤਨ ਉਹ ਜਿਹੜੀ ਤਨ ਹੈ, ਉਹ ਜਿਹੜੀ ਐਸੀ ਤ੍ਰਿਮਤ ਹੈ, ਜਾਣੀ ਉਹ ਐਸਾ ਜਿਹੜਾ ਜਗਿਆਸੂ ਹੈ, ਦੁਬਲੀਆ ਜੀ। ਉਹ ਕਹਿੰਦੇ ਕ੍ਰਿਸ਼ ਹੋ ਰਿਹਾ ਹੈ, ਲਿੱਸਾ ਹੋ ਰਿਹਾ ਹੈ, ਨਿਰਬਲ ਹੋ ਰਿਹਾ ਹੈ। ਸਾਧਨਾ ਰੂਪੀ ਜਿਹੜਾ ਕੋਈ ਬਲ ਹੈ,
ਉਤੋਂ ਬੜਾ ਕਮਜ਼ੋਰ ਹੋ ਰਹੀ ਹੈ। ਫਿਰ ਕੈ ਹਾਵੈ ਜਿਹੜਾ ਵਾਹਿਗੁਰੂ ਮਾਲਕ ਹੈ ਉਹਦੀ ਪ੍ਰਾਪਤੀ ਨਹੀਂ ਹੋ ਰਹੀ ਹੈ। ਉਹ ਵਾਹਿਗੁਰੂ ਦੇ ਪ੍ਰਾਪਤ ਨਾ ਹੋਣ ਕਰਕੇ ਹਾਵੈ ਕੀ ਝੋਰਿਆਂ ਕਰਕੇ ਧਨ ਥੀ ਦੁਬਲ ਕੰਤ ਹਾਵੈ। ਫਿਰ ਉਸੇ ਪ੍ਰਕਰਨ ਵਿੱਚ ਹੀ ਕਹਿੰਦੇ ਹਨ। ਉਸ ਜਿਹੜੀ ਪਹਿਲੀ ਹੈ ਨਾ ਭਗਤੀ ਸਾਧਨ ਦੁਬਲਿਆ ਜੀਉ ਫਿਰ ਕਹਾਵੇ, ਉਹ ਜੋ ਪਿੱਛੇ ਕਿਹਾ ਉਸ ਨੂੰ ਫਿਰ ਦ੍ਰਿੜ ਕਰਾਉਂਦੇ। ਧਨ ਥੀ ਦੁਬਲ ਕੰਤ ਹਾਵੇ, ਥੀ ਦੇ ਨਾਲ ਉਹ ਈੜੀ ਲੱਗੀ ਹੋਈ ਹੈ, ਉਹਨੂੰ ਬਿਹਾਰੀ ਲੱਗੀ ਹੋਈ ਹੈ। ਇਸ ਕਰਕੇ ਥੋੜ੍ਹਾ ਜਿਹਾ ਜਿਹੜਾ ਉਚਾਰਨ ਹੈ ਨਾ ਉਹ ਥੀ ਨਾਲੋਂ ਇਹਦਾ ਵੱਖਰਾ ਹੈ। ਇੱਥੇ ਕਹਿਣਾ ਥੀ, ਥੋੜ੍ਹਾ ਜਿਹਾ ਈੜੀ ਨਾਲ ਲਾਉਣੀ ਹੈ, ਇਕੱਲਾ ਥੀ ਨਹੀਂ ਕਹਿਣਾ ਹੈ, ਥੀ ਇਉਂ ਉਚਾਰਨ ਕਰਨਾ ਹੈ। ਇਹ ਹੈ ਸ਼ੁੱਧ ਉਚਾਰਨ, ਕਿਉਂਕਿ ਇਸ ਦੇ ਨਾਲ ਫਿਰ ਜਦੋਂ ਥੀ ਕਹਿੰਦੇ ਈੜੀ ਦਾ ਉਚਾਰਨ ਹੋ ਜਾਂਦਾ ਹੈ, ਬਿਹਾਰੀ ਵੀ ਉਚਾਰਨ ਹੋ ਜਾਂਦੀ ਹੈ। ਜੇ ਥੀ ਕਰਾਂਗੇ ਫਿਰ ਈੜੀ ਦਾ ਉਚਾਰਨ ਰਹਿ ਜਾਏਗਾ, ਬਿਹਾਰੀ ਵੀ ਰਹਿ ਜਾਏਗੀ। ਥੀ ਦੇ ਨਾਲ ਬਿਹਾਰੀ ਲੱਗੀ ਉਹ ਇਕੱਲੀ ਲੱਗੇਗੀ, ਥਾ ਬੋਲ ਜਾਏਗਾ। ਇਸ ਕਰਕੇ ਧਿਆਨ ਨਾਲ ਇਹਦਾ ਉਚਾਰਨਾ, ਇਹਨੂੰ ਪਕਾ ਲੈਣਾ ਹੈ। ਕਈ ਵਾਰੀ ਇਮਤਿਹਾਨ ਜਦੋਂ ਲੈਂਦੇ ਨਾ ਇਹੋ ਜਿਹੇ ਸ਼ਬਦ ਮੂਹਰੇ ਰੱਖ ਦਿੰਦੇ। ਉਹ ਜਿਹੜੇ ਕੋਈ ਫਰਕ ਕਰਨ ਵਾਲੇ ਨੇ ਵੀ ਹਾਂ ਇਹ ਈ ਦਾ ਉਚਾਰਨ ਕਰਦਾ ਹੈ ਕਿ ਨਹੀਂ ਕਰਦਾ ਹੈ। ਜਿਹਨੇ ਨਹੀਂ ਪਕਾਇਆ ਹੈ, ਨਹੀਂ ਧਿਆਨ ਨਾਲ ਦੇਖਣਾ ਹੈ, ਉਹ ਤਾਂ ਫਿਰ ਸਿੱਧਾ ਹੀ ਕਹੇਗਾ ਧਨ ਥੀ ਦੁਬਲ ਕੰਤ ਹਾਵੈ। ਇਹ ਥੀ ਕਿਹਾ ਨਹੀਂ ਤੇ ਉਹਨਾਂ ਨੇ ਨੰਬਰ ਘਟੇ ਨਹੀਂ ਤੁਹਾਡੇ। ਉਹ ਕਹਿਣਗੇ ਫੇਲ ਹੈ ਤੂੰ। ਅਸੀਂ ਕਹਾਂਗੇ ਲੈ ਪੌੜੀ ਇੱਕ ਪੜ੍ਹੀ ਹੈ, ਕੀ ਗੱਲ ਤੂੰ ਪੜ੍ਹਿਆ ਹੈ। ਉਹਨਾਂ ਨੇ ਨਹੀਂ ਦੱਸਣਾ ਤੈਨੂੰ ਵੀ ਇਹ ਥੀ ਤੂੰ ਈ ਨਹੀਂ ਲਾਇਆ ਹੈ। ਉਹ ਕਹਿੰਦੇ ਨਹੀਂ ਈੜੀ ਛੱਡ ਗਏ, ਇੱਥੋਂ ਝਾਕੀ ਮਾਰ ਕੇ ਦੇਖਿਆ ਬਿਹਾਰੀ ਵੀ ਛੱਡ ਗਏ। ਇਸ ਤਰ੍ਹਾਂ ਜਾਣੀ ਜਿਹੜੇ ਆਪੇ ਪੜ੍ਹੇ ਹੁੰਦੇ ਨਾ, ਨਿਕਤੋਂ ਸੰਥਿਆ ਪੰਥਿਆ ਨੇ ਕੀਤੀ ਹੁੰਦੀ, ਬਸ ਉਹਨਾਂ ਤੋਂ ਆਹੀ ਹੁੰਦਾ ਵੀ ਅੱਖਰ ਛੱਡ ਜਾਂਦੇ ਨੇ, ਵਿੱਚ ਸਿਹਾਰੀਆਂ ਬਿਹਾਰੀਆਂ ਛੱਡ ਜਾਂਦੇ ਨੇ। ਉਚਾਰਨ ਉਹਨਾਂ ਦਾ ਜਿਹੜਾ ਗਲਤ ਹੁੰਦਾ ਹੈ, ਆਪਣੇ ਆਪ ਨਹੀਂ ਦੱਸੇ ਤੋਂ ਬਗੈਰ ਨਹੀਂ ਸ਼ੁੱਧ ਹੋ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਏ। ਜੇ ਕਿਸੇ ਨੂੰ ਕੋਈ ਮਾਣ ਹੈਗਾ, ਜਿਹੜਾ ਕੋਈ ਸੰਪਰਦਾ ਵਿੱਚ ਪੜ੍ਹਿਆ, ਉਹਨੂੰ ਕੋਈ ਪਾਠ ਸੁਣਾ ਦੇ ਵੀ ਮੈਂ ਜਪਜੀ ਸਾਹਿਬ ਬੜਾ ਸ਼ੁੱਧ ਪੜ੍ਹਦਾ ਹੈ। ਜਿਹੜਾ ਸੰਪਰਦਾ ਵਿੱਚ ਪੜ੍ਹਿਆ ਉਹਨੂੰ ਪਾਠ ਸੁਣਾਓ, ਤੁਹਾਡੇ ਹਜ਼ਾਰਾਂ ਗਲਤੀਆਂ ਕੱਢ ਕੇ ਪੂਰੇ ਰੱਖਦੇ ਆ। ਹਜ਼ੂਰ ਸਾਹਿਬ ਵੇਖੋ, ਜਦੋਂ ਜੱਥਾ ਗਿਆ ਨਾ, ਇਹ ਗ੍ਰੰਥੀ ਕਹਿੰਦਾ ਜੀ ਮੈਂ ਸੰਪਰਦਾ ਦਾ ਪਾਠ ਸੰਥਿਆ ਨਾਲ ਕਰਦਾ, ਇੱਥੇ 18 ਕੁ ਦਿਨ ਜੱਥੇ ਦਿਨ ਤੁਸੀਂ ਕਰਾ ਦਿਓਗੇ ਜੀ। ਸਿੰਘ ਕਹਿੰਦੇ ਵੀ 18 ਦਿਨਾਂ 'ਚ ਨਹੀਂ ਹੋ ਸਕਦਾ, ਇੱਥੇ ਤਾਂ ਘੱਟੋ ਘੱਟ 2 ਸਾਲ ਲੱਗਦੇ ਆ। ਜਿੰਨੇ ਕੁ ਪੱਤਰੇ ਤੂੰ ਕਰੇਗਾ ਤੈਨੂੰ 25 ਵਾਰੀ ਪੜ੍ਹਨੇ ਪੈਣਗੇ। ਉਹ ਵੇਖ ਲਾ 25। ਕਹਿੰਦੇ ਮੇਰੇ ਮੂੰਹ ਜਵਾਨੀ ਹੋਇਆ ਪਿਆ ਪੜ੍ਹਦਿਆਂ ਪੜ੍ਹਦਿਆਂ, ਮੈਨੂੰ ਕੀ ਪਕਾਉਣ ਦੀ ਲੋੜ ਹੈ। ਉਹ ਕਹਿੰਦੇ ਠੀਕ ਹੈ, ਪਰ ਜਿਵੇਂ ਇਹ ਦੱਸ ਕੇ ਪਕਾਇਆ ਜਾਏਗਾ ਨਾ, ਉਹ ਤੇਰਾ ਨਹੀਂ ਹੋਏਗਾ। ਹੁੰਦਾ ਹੀ ਹੈ ਨਾ ਵੀ ਜਿੰਨੇ ਬਹੁਤੇ ਸਾਲ ਹੋ ਜਾਣ ਤੇ ਫਿਰ ਉਹ ਕਹਿੰਦਾ ਮੈਂ ਇੰਨੇ ਸਾਲ ਹੋ ਗਿਆ, ਮੇਰੇ ਤਾਂ ਜਵਾਨੀ ਸ਼ਬਦ ਯਾਦ ਹੋਏ ਪਏ, ਮੈਂ ਤਾਂ ਬਸ ਗਲਤੀਆਂ ਇੱਕ ਸਮਝਣੀਆਂ। ਹੁਣ ਜਿਹੜੀ ਗਲਤ ਪੜ੍ਹਿਆ ਗਿਆ ਉਹ ਪੱਕ ਗਿਆ, ਉਹ ਜਿੰਨੇ ਸਾਲ ਲੱਗੇ ਨਾ ਗਲਤ, ਫਿਰ ਉਹਨੇ ਸਾਲ ਹੀ ਇੱਧਰ ਸੁੱਧ ਕਰਦਿਆਂ ਲੱਗਣਗੇ। ਪੱਕ ਗਏ ਨਾ ਲਾਜ, ਫਿਰ ਉਹਨਾਂ ਨੂੰ ਬਦਲਣਾ ਬਹੁਤ ਔਖਾ ਹੈ। ਉਹ ਕਹਿੰਦਾ ਵੀ ਤੁਸੀਂ ਕੀ ਵੱਖਰੇ ਰੂਪ ਵਿੱਚ ਉਚਾਰਦੇ? ਕਹਿੰਦੇ ਹਾਂ, ਇਹਨਾਂ ਦਾ ਉਚਾਰਨ ਵੱਖਰਾ ਹੈ, ਤੁਹਾਡੇ ਆਪੇ ਪੜ੍ਹਿਆਂ ਦਾ ਉਚਾਰਨ ਵੱਖਰਾ ਹੈ। ਫਿਰ ਕਹਿੰਦਾ ਵੀ ਮੇਰੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਹੈ, ਵੀ ਤੁਸੀਂ ਕਿਵੇਂ ਸ਼ੁੱਧ ਉਚਾਰਦੇ ਤੇ ਮੈਂ ਕਿਵੇਂ ਗਲਤ। ਕਹਿੰਦੇ ਚਲਾ ਵੀ ਤੂੰ ਆ ਪਹਿਲਾਂ ਜਪਜੀ ਸਾਹਿਬ ਦੇ ਜਿਹੜਾ ਮੁੱਢ ਵਿੱਚ ਹੈ ਨਾ, ਇਹ ਸੁਣਾ ਦੇ ਮੂਲ ਮੰਤਰ। ਉਹਨੇ ਕਿ ਤੁਸੀਂ ਪੜ੍ਹਿਆ ਨਹੀਂ ਪੜ੍ਹਿਆ, ਕਹਿੰਦਾ ਏਕਮਕਾਰ। ਏਕਮਕਾਰ ਕੀ ਹੁੰਦਾ? ਜਾਂ ਕਹਿਣਗੇ ਇੱਕ ਓਂਕਾਰ, ਜਾਂ ਏਕਮਕਾਰ ਕਹਿਣਗੇ, ਜਾਂ ਇੱਕ ਓਂਕਾਰ, ਜਾਂ
ਤਿੰਨ ਚਾਰ ਇਹਨਾਂ ਦੇ ਉਚਾਰਨ ਹੈਗੇ। ਉਹ ਕਹਿੰਦੇ ਪਹਿਲਾਂ ਤਾਂ ਮਹੀਨਾ ਤੇਰਾ ਏਕਮਕਾਰ ਤੇ ਲੱਗ ਜਾਣਾ, ਤੂੰ ਏਕਮਕਾਰ ਕਹਿਣਾ, ਹੁਣ ਇਹ ਨਾ ਕਹਿਣਾ ਤੂੰ ਆਖ ਇੱਕ ਓੰਕਾਰ, ਇੱਕ ਵੱਖਰਾ ਉਚਾਰਨਾ ਹੈ, ਓੰਕਾਰ ਵੱਖਰਾ ਉਚਾਰਨਾ ਹੈ। ਫਿਰ ਹੁਣ ਤੂੰ ਕਿਹਾ ਸਤਨਾਮ, ਇਹ ਵੀ ਤੇਰਾ ਗਲਤ ਹੈ। ਉਹਨਾਂ ਨੇ ਕਹਿਣਾ ਨਹੀਂ, ਇਹ ਸਤ ਵੱਖਰਾ ਹੈ, ਨਾਮ ਵੱਖਰਾ ਹੈ, ਸਤਨਾਮ ਨਹੀਂ ਹੈ, ਸਤਨਾਮ। ਫਿਰ ਤੂੰ ਕਰਤਾ ਪੁਰਖ ਇਕੱਠਾ ਕਹੇਂਗਾ, ਇੱਥੇ ਵੀ ਰੌਲਾ ਪੈ ਜਾਣਾ ਉਹਨਾਂ ਦਾ। ਉਹਨੇ ਕਹਿਣਾ ਕਰਤਾ ਪੁਰਖ ਇਕੱਠਾ ਨਹੀਂ ਹੈ, ਕਰਤਾ ਵੱਖਰਾ ਹੈ, ਪੁਰਖ ਵੱਖਰਾ ਹੈ। ਤੇਰੇ ਮੂੰਹ ਚੜਿਆ ਹੋਇਆ, ਤੂੰ ਐਂ ਕਹਿਣਾ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਤੂੰ ਕਹਾ ਵੱਢਣਾ ਅੱਖਰਾਂ ਦਾ, ਇਹਨਾਂ ਨੇ ਕਹਿਣਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਫਿਰ ਕਹਿਣਗੇ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਿਸਰਾਮ ਵੀ ਲਾਉਣਗੇ, ਤੂੰ ਖਿੱਚੀ ਤੁਰੇ ਜਾਣਾ ਹੈ, ਕਿਤੇ ਨਹੀਂ ਦਰਸਾਉਣਾ ਵੀ ਮੈਂ ਕਿੱਥੇ ਵਿਸਰਾਮ ਲੈ, ਜਦੋਂ ਤੈਨੂੰ ਪਤਾ ਹੀ ਨਹੀਂ ਹੈ ਵੀ ਵਿਸਰਾਮ ਹੁੰਦਾ ਕੀ ਹੈ, ਕਾਹਦੇ ਨਾਲ ਖਾਈਦਾ। ਉਹ ਜਾਣੀ ਕਹਿੰਦਾ ਮੈਂ ਤਾਂ ਆਖਿਆ ਵੀ ਚਲੋ 5-7 ਦਿਨਾਂ 'ਚ ਕਰ ਲਾਂਗੇ, ਇਹ ਨਹੀਂ ਹੈ। ਇਸੇ ਤਰ੍ਹਾਂ ਇਹ ਜਿਹੜੇ ਪਾਣੀ ਵਿੱਚ ਕੋਈ ਲਫ਼ਜ਼ ਐਸੇ ਆ ਜਾਂਦੇ ਹੈ ਜਿਹਨਾਂ ਬਿਰਦਾਂ ਦੱਸੇ ਤੋਂ ਨਹੀਂ ਸ਼ੁੱਧ ਹੁੰਦੇ। ਕਈ ਵਾਰੀ ਮਨੁੱਖ ਸੰਥਿਆ ਵੀ ਕਰ ਲੈਂਦਾ, ਜੇ ਧਿਆਨ ਨਾ ਦੇਵੇ ਫਿਰ ਵੀ ਉਹ ਕੱਚੇ ਰਹਿ ਜਾਂਦੇ ਨੇ। ਵਾਸ਼ਨਾ ਵਿੱਚ ਇਹਦੇ ਮਨ ਲੱਗਿਆ ਹੈ, ਜਿਸ ਵਾਸ਼ਨਾ ਵਿੱਚ ਮਨ ਇਹਦਾ ਲੱਗਿਆ ਹੈ, ਜੁੜਿਆ ਹੈ, ਅੰਤ ਸਾਈ ਪ੍ਰਗਟਾਨੀ। ਅੰਤ ਦੇ ਸਮੇਂ ਉਹੀ ਵਾਸ਼ਨਾ ਅਨੁਸਾਰ ਕਹਿੰਦੇ ਜੇ ਜਿਹੜੀ ਦੇਹੀ ਆ ਪ੍ਰਗਟ ਹੋਏ ਆਉਂਦੀ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਹੋ ਗਏ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਔਤਰੈ। ਅਖੀਰ ਨੂੰ ਜਿੱਧਰ ਮਨ ਦੀ ਵਾਸ਼ਨਾ ਲੱਗੀ ਹੁੰਦੀ ਹੈ ਨਾ, ਵਾਸ਼ਨਾ ਉਹ ਵਾਰ-ਵਾਰ ਵੀ ਹੁੰਦੀ ਹੈ। ਅਖੀਰ ਨੂੰ ਵੀ ਕਹਿੰਦੇ ਉਹੀ ਜਿਹੀ ਦੇਹ ਪ੍ਰਗਟ ਹੋਏ, ਉਹੀ ਜਿਹੀ ਦੇਹ ਮਿਲ ਜਾਂਦੀ ਹੈ। ਜੇ ਮਾਇਆ ਵਿੱਚ ਬਣੀ ਹੈ ਤੇ ਫਿਰ ਸੱਪ ਵਾਲੀ ਦੇਹ ਪ੍ਰਾਪਤ ਹੋ ਜਾਂਦੀ। ਜੇ ਮਕਾਨਾਂ ਵਿੱਚ ਫਿਰੀ ਜਾਂਦੀ ਉਹ ਮਨ ਦੀ, ਫਿਰ ਪ੍ਰੇਤ ਬਣ ਕੇ ਉੱਥੇ ਫਿਰੀ ਜਾਂਦਾ ਮਕਾਨਾਂ ਵਿੱਚ, ਆਪ ਤੰਗ ਹੋਈ ਜਾਂਦਾ, ਦੂਸਰਿਆਂ ਨੂੰ ਤੰਗ ਕਰੀ ਜਾਂਦਾ ਜਿਹੜੇ ਕੋਈ ਰਹਿਣ ਵਾਲੇ ਹਨ। ਇਸ ਤਰ੍ਹਾਂ ਇੱਥੇ ਕਹਿੰਦੇ ਹਨ ਜਿੱਧਰ ਮਨ ਵਾਸ਼ਨਾ, ਕਹਿੰਦੇ ਜਿਸ ਤਰਫ ਮਨ ਵਾਸ਼ਨਾ ਕਰਕੇ ਲੱਗਿਆ ਜੁੜਿਆ ਹੈ, ਅਖੀਰ ਤੇ ਉਹੀ ਜੀ ਦੇਰੀ ਦੇਹ ਨੂੰ ਪ੍ਰਗਟਾਨੀ ਪ੍ਰਗਟ ਹੋਈ ਪ੍ਰਤੱਖ ਮਿਲ ਜਾਂਦੀ ਹੈ। ਅਹੰ ਬੁੱਧ ਸੁਚ ਕਰਮ ਕਰ। ਇਸ ਤਰ੍ਹਾਂ ਕਹਿੰਦੇ ਜਿਹੜੇ ਪਵਿੱਤਰਤਾ ਵਾਲੇ ਕਰਮ ਕਰਦਾ ਹੈ ਤੇ ਫਿਰ ਨਾਲ ਅਹੰ ਬੁੱਧੀ ਕਰਦਾ ਵੀ ਮੈਂ ਪਵਿੱਤਰ ਕਰਮ ਕਰਨ ਵਾਲਾ ਹਾਂ। ਬਾਕੀਆਂ ਨੂੰ ਇਹ ਵੀ ਪਵਿੱਤਰ ਕਰਮ ਕੌਣ ਦੇ ਕਰਮ ਕਰਨੇ ਨਹੀਂ ਆਉਂਦੇ। ਜਿਸ ਤਰ੍ਹਾਂ ਦੀ ਪਵਿੱਤਰਤਾ ਹੀ ਸਫਾਈ ਸੁਹੀ ਮੈਂ ਰੱਖਦਾ, ਮੇਰੇ ਵਰਗੀ ਕਿਸੇ ਨੂੰ ਪਵਿੱਤਰਤਾ ਨਹੀਂ ਕਰਨੀ ਆਉਂਦੀ ਹੈ। ਮੈਂ ਇੰਨੇ ਵਾਰੀ ਹੱਥ ਮਾਂਜਦਾ, ਇਸ ਢੰਗ ਨਾਲ ਮੈਂ ਨਹਾਉਂਦਾ ਹਾਂ, ਇਸ ਤਰ੍ਹਾਂ ਮੈਂ ਵਸਤਰ ਆਪਣੇ ਸਾਫ ਸੁਥਰੇ ਰੱਖਦਾ ਹਾਂ। ਮੇਰੀ ਜਿਹੜੀ ਰਸੋਈ ਦੀ ਪਵਿੱਤਰਤਾ ਹੋਰ ਕਿਸੇ ਕੋਲ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਸੁੱਚੇ ਪਵਿੱਤਰਤਾਈ ਵਾਲੇ ਕਰਮ ਜੇ ਕਰਕੇ ਫਿਰ ਅਹੰ ਬੁੱਧੀ ਹੰਕਾਰ ਵਾਲੀ ਬੁੱਧੀ ਰੱਖਦਾ ਹੈ। ਇਹ ਬੰਧਨ ਬੰਧਾਨੀ। ਗੁਰੂ ਜੀ ਕਹਿੰਦੇ ਇਹ ਬਹੁਤ ਵੱਡੇ ਬੰਧਨ ਹਨ, ਇਹਨਾਂ ਵਿੱਚ ਆਪਣੇ ਆਪ ਨੂੰ ਵਧਾਨੀ ਕੀ ਹੈ, ਵਧਾਣਾ ਕਰਦਾ ਹੈ, ਇਹ ਬੰਨਣਾ ਕਰਦਾ, ਵੱਧ ਜਾਂਦਾ ਹੈ। ਦਇਆਲ ਪੁਰਖ ਕਿਰਪਾ ਕਰੋ। ਇਸ ਕਰਕੇ ਬੇਨਤੀ ਕਰੀਏ, ਹੇ ਦਿਆਲੂ ਪੁਰਖ ਆ ਮਾਰਾ ਸਾਡੇ ਜੀਵਾਂ ਤੇ ਕਿਰਪਾ ਕਰੀਏ। ਨਾਨਕ ਦਾਸ ਦਸਾਨੀ। ਹਮਾਰਾ ਆਪ ਜੀ ਦਾ ਜਿਹੜਾ ਦਾਸ ਹੈ, ਦਸਾਨੀ ਕੀ ਹੈ, ਦਾਸ ਆਪ ਜੀ ਦੇ ਦਾਸਾਂ ਦਾ ਦਸਾਨੀ ਕੀ ਹੈ, ਦਾਸ ਹਾਂ। ਜਾਂ ਆਪ ਜੀ ਦੇ ਦਾਸਾਂ ਦਾ ਜਿਹੜਾ ਦਾਸ ਹਨ, ਦਸਾਨੀ ਕੀ ਦੱਸਿਆ ਜਾਂਦਾ, ਕਿਹਾ ਜਾਂਦਾ, ਆਖਿਆ ਜਾਂਦਾ ਹਾਂ। ਸੋ ਇਸ ਤਰ੍ਹਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਸ਼ਬਦ ਕਈ ਰੋਜ਼ ਤੋਂ ਪ੍ਰਾਰੰਭ ਹੋਏ ਸਨ, ਇੱਥੇ ਇਹਨਾਂ ਦੀ ਅੱਜ ਸੰਪੂਰਨਤਾ ਹੋ ਗਈ ਹੈ।
ਸੰਪੂਰਨਤਾ ਦੇ ਅਖੀਰ 'ਤੇ ਲਿਖਿਆ ਹੋਇਆ ਜੁਮਲਾ, ਜਿਹਦੇ ਮਾਇਨੇ ਹਨ ਵੀ ਇਹ ਸਾਰੇ ਸ਼ਬਦਾਂ ਦਾ ਜੋੜ ਇੰਨਾ ਹੈ। ਜੁਮਲਾ ਦਾ ਅਰਥ ਜੋੜ ਹੈ, ਸਾਰੀ ਗਿਣਤੀ ਹੈ। ਉਹ ਪਹਿਲਾਂ 16 ਅਸ਼ਟਪੁਰੀ ਗੁਆਰੇ ਰੀ ਗੌੜੀ ਕੀਆਂ ਅਸੀਂ ਜੋੜ, ਫਿਰ 2 ਸ਼ਬਦ ਗੌੜੀ ਬੈਰਾਗਣ ਵਿੱਚ ਆ ਗਏ। 18 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ, ਫਿਰ 9 ਸ਼ਬਦ ਅੱਗੇ ਤੀਸਰੇ ਪਾਤਸ਼ਾਹ ਗੁਰੂ ਅਮਰਦੇਵ ਜੀ ਦੇ ਆਏ, ਤੇ 2 ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦੇ। ਉਹ ਕਰ ਹਲੇ ਸਿਰਲੇ ਹੇਠ, ਕਰ ਹਲੇ ਮਨ ਪਰਦੇਸੀਆਓ। ਇਸ ਤਰ੍ਹਾਂ ਉਸ ਤੋਂ ਅੱਗੇ ਫਿਰ 15 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਆਏ ਨੇ। ਸਾਰਿਆਂ ਦਾ ਜਿਹੜਾ ਜੋੜ ਹੈ ਨਾ, ਉਹ ਇੱਥੇ 44 ਦਿੱਤਾ ਹੈ ਵਿੱਚ। ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਚੌਥੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਇਹ ਸਾਰੇ ਸ਼ਬਦਾਂ ਦਾ ਜੋੜ ਇੱਥੇ ਆ ਗਿਆ 44 ਸ਼ਬਦ ਆ ਗਏ ਸਾਰੇ ਸਰੂਪਾਂ ਦੇ, ਸਾਰੇ ਜਾਮਿਆਂ ਦੇ। ਇਸ ਤਰ੍ਹਾਂ ਇਹ ਜੁਮਲਾ ਲਿਖ ਕੇ ਸਾਰੇ ਸ਼ਬਦਾਂ ਦਾ ਜਿਹੜਾ ਜੋੜ ਹੈ ਜਨਾ ਦਿੱਤਾ ਹੈ। ਇਹ 44 ਲਿਖਣ ਕਰਕੇ ਇਹਦੇ ਵਿੱਚੋਂ ਕੋਈ ਵੀ ਜਿਹੜਾ ਸ਼ਬਦ ਹੈ ਇੱਧਰ ਉੱਧਰ ਨਹੀਂ ਕੋਈ ਕਰ ਸਕਦਾ, ਕੋਈ ਗੁੰਜਾਇਸ਼ ਨਹੀਂ ਰਹਿੰਦੀ ਹੈ, ਕਿਉਂਕਿ ਜੋੜ ਅਖੀਰ 'ਤੇ ਦੇ ਦਿੱਤਾ ਮਹਾਰਾਜ ਨੇ। ਜੁਮਲਾ ਲਿਖ ਕੇ ਵੀ 44 ਸ਼ਬਦ ਹੈ, ਇਹਦੇ ਵਿੱਚੋਂ ਇੱਕ ਵੀ ਕੋਈ ਇੱਧਰ ਉੱਧਰ ਨਹੀਂ ਕਰ ਸਕਦਾ ਹੈ। ਜੋ ਕੋਈ ਕਰੇਗਾ, ਇਹ ਜਿਹੜਾ ਜੁਮਲਾ ਲਿਖਿਆ ਨਾ ਵੀ ਇਹ 44 ਸ਼ਬਦਾਂ ਦਾ ਜੋੜ ਹੈ, ਇੱਥੋਂ ਪਤਾ ਚੱਲ ਜਾਏਗਾ ਵੀ ਇਹ ਸ਼ਬਦ 43 ਕਿਵੇਂ ਰਹਿ ਗਏ ਜਾਂ 42 ਕਿਵੇਂ ਰਹਿ ਗਏ। ਇਸੇ ਕਰਕੇ ਉਹ ਗੁਰੂ ਮਹਾਰਾਜ ਦੇ ਥਾਂ ਥਾਂ ਇਹੋ ਜਿਹੇ ਜਿਹੜੇ ਬਾਣੀ ਨੂੰ ਐਨ ਸਹੀ ਰੂਪ ਰੱਖਣ ਵਾਸਤੇ ਨਾ ਇਹੋ ਜਿਹੀਆਂ ਸੰਗੀਆਂ, ਇਹੋ ਜਿਹੇ ਲਫ਼ਜ਼ ਵਰਤੇ ਗਏ। ਕਿਤੇ ਛੱਕੇ 3, ਛੱਕੇ 2, ਛੱਕਾ 1। ਇਹ ਇੱਥੇ 6 ਸ਼ਬਦਾਂ ਦਾ ਸਮਝਾ ਪੂਰਾ ਹੋ ਗਿਆ। ਇੱਥੇ ਛੱਕੇ 2 ਲਿਖ ਕੇ ਇੱਥੇ 12 ਸ਼ਬਦ ਪੂਰੇ ਹੋ ਗਏ। ਛੱਕੇ 3 ਇੱਥੇ 18 ਸ਼ਬਦ ਪੂਰੇ ਹੋ ਗਏ ਨੇ। ਇਸੇ ਤਰ੍ਹਾਂ ਇੱਥੇ ਜੁਮਲਾ ਲਿਖ ਦਿੱਤਾ ਹੈ। ਇੱਥੇ ਇਕੱਠਿਆਂ ਸ਼ਬਦਾਂ ਦਾ ਸਾਰਾ ਜੋੜ ਦੇ ਦਿੱਤਾ ਹੈ। ਇਸ ਤੋਂ ਅੱਗੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸ਼ਬਦ ਹੈ, ਜੋ ਸ਼ੰਤ ਸਿਰਹੇਲ ਲੇਖ ਉਚਾਰਨ ਹੋਏ ਹੈ, ਉਹ ਪ੍ਰਾਰੰਭ ਹੋਣਗੇ। ਉਹਨਾਂ ਦੀ ਵਿਚਾਰ ਆਪਾਂ ਅੱਗੇ ਕਰਾਂਗੇ। ਤੋ ਇੱਥੇ ਹੀ ਹੁਣ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਅਹੰ ਬੁੱਧ ਸੋਚ ਕਰਮ ਕਰ, ਇਹ ਬੰਧਨ ਬੰਧਾਨੀ। ਦਇਆਲ ਪੁਰਖ ਕਿਰਪਾ ਕਰਹੁ, ਨਾਨਕ ਦਾਸ ਦਸਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਰਾਗ ਗੌੜੀ ਪੂਰਬੀ ਸ਼ਾਂਤ ਮਹੱਲਾ ਪਹਿਲਾ। ਮੁੰਦ ਰੈਣ ਦੁਹੇਲੜੀਆ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲੀ ਬਾਣੀ, ਤੁਰਕੀ ਬਾਣੀ, ਸੱਚ ਕੀ ਬਾਣੀ ਦੀ ਪਾਵਨ ਪਵਿੱਤਰ ਵਿਚਾਰ ਕਾਫੀ ਸਮੇਂ ਤੋਂ ਮੁੱਢ ਤੋਂ ਹੀ ਪ੍ਰਾਰੰਭ ਹੋਈ ਹੈ, ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਗੁਰੂ ਮਹਾਰਾਜ ਦੇ ਚਰਨ ਵਿੱਚ ਸੰਗਤ ਰੂਪ ਵਿੱਚ ਸ਼ੋਭਤ ਕਰਕੇ ਹਾਜ਼ਰੀਆਂ ਭਰਦੇ ਹੋਏ ਸੁਣਦੇ ਹੋਏ ਲਾਭ ਲੈ ਰਹੇ ਹਾਂ। ਕੱਲ੍ਹ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਜੋ ਪੰਜਵੇਂ ਸਰੂਪ ਦੁਆਰਾ ਇਹ ਤੁਰਕੀ ਬਾਣੀ, ਸੱਚ ਕੀ ਬਾਣੀ ਸਾਡੇ ਤੱਕ ਪਹੁੰਚੀ ਹੈ, ਉਹ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸੰਪੂਰਨ ਹੋਏ ਨੇ। ਅੱਜ ਅਗਲੇ ਸ਼ਬਦ
जो वाहिगुरु दे गुरु नानक स्वरूप राही साढ़े तक आए ने, उन्हां दी प्रारंभता कर रहे हैं। सब तो पहले जिहड़ा खोड़सा मंत्र जिवें सनातन मत विच है, गुरु घर दे विच भी 16 अखरां वाले दा ये मंत्र किहड़ा है, जे कोई पुछ ले फिर ये जिहड़ा अज आ रहा है, ये थोड़े थाई स्वरूप विच आउंदा है। बाकी एक ओंकार सतगुर प्रसाद ये 500 तो करीबन उत्तरी आउंदा है। जिवें सनातन मत विच, वैष्णव मत विच कोई सरगुण की उपासना करने वाले ने, हरे राम 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 हरे हरे, इसनूं भी वो खोड़सा मंत्र कहंदे, 16 अखरां वाला जाप कहंदे ने। इस तो अगे हरे कृष्ण 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 हरे हरे, ये भी 16 अखरां वाले कोई एदा जाप करते ने। गुरु घर दे विच एक खोड़सा मंत्र का जाप यही है, जिहड़ा एक ओंकार सतनाम करता पुरख गुर प्रसाद का अभ्यास करना है। उन्होंने कोई हरे राम 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 हरे हरे जपने की लौड़ नहीं है, न ही हरे कृष्ण 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 हरे कहने की लौड़ है। गुरु नानक जिहड़े पंथी हैं, उन्होंने खोड़सा मंत्र का जाप यही है, ओंकार सतनाम करता पुरख गुर प्रसाद। ये वस्तु निर्देश रूप जो मंगल है, ये वाहिगुरु बहुते नहीं है। जिवें कई ने तिरदा मूर्ति मान ली भी, वो भगवान के 3 रूप है। वो शिव रूप है, वो ब्रह्मा रूप है, वो विष्णु स्वरूप है। ब्रह्मा रूप होके वो भगवान संसार की उत्पत्ति करता है, विष्णु स्वरूप होके वो पालना पोषणा करता है, शिव रूप होके वो संहार करता है। और इस तरह भी वो तिरदा मूर्ति नहीं, 3 स्वरूप नहीं, सगों वाहिगुरु इको है। कोई 2 रूप मनदे, एक निर्गुण है, एक उहदा सरगुण है। और कहते निर्गुण आओ सरगुण भी ओही निर्गुण है, निर्गुण ते सरगुण सिया हो जाता, इस करके वो इको ही निर्गुण स्वरूप ही है। फिर वही सरगुण रूप धारण करके संसार की देख रेख करता है, पालना पोषणा करता है, नजरसानी करता है। फिर वही जो जी करता सरगुण तो फिर निर्गुण रूप हो जाता है। वास्तव विच निर्गुण स्वरूप ही इको एक है। तो यही है जिवें इको जिहड़ा पातशाह हुंदा है, जिवें सभा विच सज बज के बहिंदा है, इर्द गिर्द वजीर बैठे हुंदे, एहलकार बैठे हुंदे, प्रजा दे लोग बैठे हुंदे, वो समझ लो वाहिगुरु का सरगुण रूप है। जो इस संसार रूप सभा विच बैठा हुंदा देख रेख कर रहे है। जे पातशाह सभा विच उठ के अपने महलों में चला जाए, फिर राजा महाराजा वाले जिहड़े शरीर ते पहने ना, सिर ते मुकुट पहनिया हुंदा है, जिगा कलगी सजाई हुंदी है, और गहने वस्त्र सजाए पुजाए भूषित होया शस्त्र शोध होंदे, फिर सारे कपड़े जे ला के कला हो जाता है। वो इको ही राजा 2 रूपों में शोभित होंदा है, किते सजा बजिया होंदा, किते सारा कुछ ही लिया होंदा है। इस तरह जो वाहिगुरु सरगुण रूप विच हुंदा है, उदों सजा बजिया है। सोने नक जन्म बड़े बाला, कंचन काया सोने की टाला, इस रूप विच है।
इसे तरह भी हो चक्कर चिन्ह अर वर्ण जात अर पात नहन जय रूप रंग अर रेख पे को कह ना सख्त के कुछ नहीं कहा जाता उत्थे निर्गुण रूप है। एको वाहिगुरु एक निर्गुण ते सरगुण रूप है, सबदा प्रकाशक है, फिर वो सदा सत रूप है। ये जिहड़ा सत लफ्ज़ है साडे नाल नहीं लग सकता है, क्योंकि सत शब्द ਉਹਦੇ ਨਾਲ ਰੱਖਣਾ ਜਿਹੜਾ ਸਦਾ ਰਹੇ, ਜਿਹਦਾ ਤਿੰਨਾਂ ਕਲਿਆਂ ਵਿੱਚ ਤਿੰਨਾਂ ਸਮੇਂ ਵਿੱਚ ਵਾਧ ਨਾ ਹੋਵੇ। ਜਿਵੇਂ ਬਦਾਂਤੀਆਂ ਨੇ ਸਤ ਦੇ ਲਕਸ਼ਣ ਕੀਤੇ, ਤ੍ਰੈ ਕਾਲ ਅਵਾਦਤੁਮ ਸਤਤਵਮ, ਜਿਸਕਾ ਤ੍ਰੈ ਕਾਲ ਤਿੰਨਾਂ ਸਮਿਆਂ ਵਿੱਚ ਵਾਧ ਨਾ ਹੋ, यानी ਤਿੰਨਾਂ ਸਮਿਆਂ ਵਿੱਚ ਜਿਸਦਾ ਨਾਸ ਨਾ ਹੋਵੇ, उसको कहिए है सत। साडा तो किसी समय भी नाश हो सकता है, साडे नाल लफ्ज़ सत नहीं लग सकता है। ये साडे नाल तां जिहड़ा लफ्ज़ है ना मिथ्या लग सकता है। मिथ्या उन्होंने कहीदा भी है तो सही, पर पता नहीं है भी कदों नाश हो जाए। जिहड़ी कोई नाश हो जाने वाली चीज़ होगी उसको कहिए है मिथ्या। शरीर नाश होने वाला है, इस करके शरीर मिथ्या है, नाशवंत है। शरीर को असीं सत की लफ्ज़ संज्ञा नहीं दे सकते, ये रहने वाला है। आत्मा जिहड़ी अंदर हैगी उन्होंने ये सत दे नाल नवाज सकते हैं, आत्मा को सत कह सकते हैं, क्योंकि आत्मा सदा स्थित रहिंदी है। ये शरीर दे विच जिहड़ी कोई टिकी हुई है, ये शरीर खत्म हो जाए आत्मा फिर भी कायम है। इस करके भी वो वाहिगुरु सत स्वरूप है, सदा रहने वाला है, इस करके उन्होंने अविनाशी कहा है। दूसरा वह सतला लक्षण है जो अविनाशी होवे, नाश ना होवे, उसको कहिए है सत। फिर वो सतरूप हुंदा होया वाहिगुरु नाम की ये प्रसिद्ध है। ऐसा नहीं है भी जिथे वो वाहिगुरु नाम प्रसिद्ध होवे उहदी मशहूरी ना होवे, उहदे संबंध विच कोई ना जानदा होवे। सारे ब्रह्मंडा विच वाहिगुरु प्रसिद्ध है, भावें नौ खंड है, भावें सतदीप है, या होर पाताला पाताल आकाशा आकाश के है, सारे विच वाहिगुरु नाम की ये प्रसिद्ध है। जिथे किथे उहदा जाप हो रहा है, उहदा चिंतन हो रहा, उहदा पूजन हो रहा है, ते वाहिगुरु दे संबंध विच वो है भी वो वाहिगुरु अकथ स्वरूप है, वो भी सर्वगुणा भरपूर है, वो सारिया सिद्धियां शक्तियां का खजाना है, देने वाला है। इस तरह वाहिगुरु हर पासे प्रसिद्ध है। वो ऐसा गरीब नवाज है, वो अवगुणा नूं बख्शण वाला बख्शिंद है। इउं वाहिगुरु कहते सारे प्रसिद्ध है। फिर सारी सृष्टि का वो करता है। जिन्ने आ कोई करते मने गए ना, इन्हां सारियां दा करता ओ है। कुछ मनुख भी ये थोड़ा बहुता करते मने गए ने, क्यों ये भी पुत्र धियां नूं संबंध जा करके जन्म दिंदे है ना, इन्हां भी थोड़े बहुते असीं करते कह सकते हैं, पर इन्हां करतियां दा करता वाहिगुरु है। इस करके वाहिगुरु सारी सृष्टि का करता है, करने वाला है। फिर वो सारी सृष्टि विच पुरख भी है, व्यापक भी है। असी भावें थोड़े बहुते करते हैं पर विच नहीं हैगे। असी कोई किसी बच्चे नूं असी जन्म दिंदे हैं, बच्चे विच तां नहीं असी हुंदे, बच्चा वखरा हुंदा, असल करता वो हुंदा पूरा, क्योंकि वही सारी रचना रचदा है।
ਅਸੀਂ ਜੇ ਕਰਤੇ ਪੂਰੇ ਹੋਈਏ ਤੇ ਫਿਰ ਅਸੀਂ ਸਾਰਾ ਕੁਛ ਬੱਚੇ ਦਾ ਬਣਾਈਏ। ਸਾਥੋਂ ਨਾ ਨੱਕ ਬਣ ਸਕਦਾ, ਨਾ ਬੁੱਲ ਬਣ ਸਕਦਾ, ਨਾ ਦੰਦ, ਨਾ ਅੱਖਾਂ, ਨਾ ਨੱਕ, ਨਾ ਲੱਤਾਂ, ਨਾ ਬਾਹਾਂ। ਹਾਂ, ਵਾਹਿਗੁਰੂ ਦੀ ਮੌਜ ਹੈ। ਉਹ ਹਨੇਰਾ ਜਿਹਾ ਪਰਦਾ ਜਿਹਾ ਪਾਇਆ ਹੈ ਤੇ ਅਸੀਂ ਕਹਿੰਦੇ ਵੀ ਅਸੀਂ ਬਣਾਇਆ ਹੈ, ਇਹ ਸਾਡਾ ਹੈ। ਇਉਂ ਇਹ ਕਰਤਿਆਂ ਦਾ ਕਰਤਾ ਵਾਹਿਗੁਰੂ ਹੈ। ਫਿਰ ਉਸ ਸਾਰੀ ਕਰੀ ਹੋਈ ਸ੍ਰਿਸ਼ਟੀ ਵਿੱਚ ਪੁਰਖ ਕੀ ਵਿਆਪਕ ਹੈ, ਜੋ ਕੁਛ ਰਚਿਆ ਉਹਦੇ ਵਿੱਚ ਵਿਰਾਜਮਾਨ ਹੈ। ਫਿਰ ਉਹ ਗੁਰ ਚੇਤਨ ਸਰੂਪ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਫਿਰ ਉਹ ਪ੍ਰਸਾਦ ਆਨੰਦ ਸਰੂਪ ਵੀ ਹੈ। ਸਾਨੂੰ ਨਹੀਂ ਕੋਈ ਕਹਿ ਸਕਦਾ ਵੀ ਅਸੀਂ ਆਨੰਦ ਸਰੂਪ ਹੋਈਏ, ਅਸੀਂ ਤਾਂ ਦੁੱਖ ਸਰੂਪ ਹੀ ਹੈ। ਇੱਥੇ ਤਾਂ ਦੁੱਖ ਦੀਆਂ ਪੰਡਾਂ ਖੁੱਲ੍ਹੀਆਂ, ਮੱਝ ਪਰ ਦੁੱਖ ਬਦੁੱਖ ਕੀ ਲਿਖਿਆ ਪਿਆ। ਇਹ ਦੁੱਖ ਵਿੱਚ ਹੋਰ ਦੁੱਖ ਹੈ, ਦੁੱਖ ਦੀਆਂ ਪੰਡਾਂ ਖੁੱਲ੍ਹੀਆਂ ਪਈਆਂ, ਸੁੱਖ ਨਿਕਲਦਾ ਹੀ ਨਹੀਂ ਇੱਥੇ। ਆਹ ਦੁੱਖਾਂ ਕਰਕੇ ਅਸੀਂ ਰੋਨੇ ਧੋਨੇ, ਕਿਤੇ ਕੋਈ ਕਿਤੇ ਕੋਈ। ਸੋ ਵਾਹਿਗੁਰੂ ਪ੍ਰਸਾਦ ਆਨੰਦ ਸਰੂਪ ਹੈ, ਉਹਨੂੰ ਕੋਈ ਦੁੱਖ ਕਲੇਸ਼ ਨਹੀਂ ਹੈ। ਉਹ ਇਹਨਾਂ ਤੋਂ ਦੁੱਖਾਂ ਤੋਂ ਬਾਹਰ ਹੈ ਤੇ ਇਹ ਦੁੱਖਾਂ ਤੋਂ ਛਡਾਉਣ ਵਾਲਾ, ਆਨੰਦ ਦੀ ਬਖਸ਼ਿਸ਼ ਕਰਨ ਵਾਲਾ ਹੈ, ਕਿਉਂਕਿ ਉਹ ਆਪ ਆਨੰਦ ਸਰੂਪ ਹੈ। ਐਸਾ ਜਿਹੜਾ ਵਾਹਿਗੁਰੂ ਆਨੰਦ ਸਰੂਪ ਚੇਤਨ ਸਰੂਪ ਉਹ ਪ੍ਰਾਪਤ ਕਿਵੇਂ ਹੁੰਦਾ ਹੈ? ਕਹਿੰਦੇ ਗੁਰ ਪ੍ਰਸਾਦ, ਗੁਰੂ ਮਹਾਰਾਜ ਦੀ ਕਿਰਪਾ ਕਰਕੇ। ਰਾਗ ਗੌੜੀ ਹੈ, ਪੂਰਵੀ ਇਹਦੀ ਜਾਤੀ ਹੈ ਤਥਾ ਕਿਸਮ ਹੈ, ਤੇ ਛੰਦ ਕਾਵ ਤੇ ਸੰਗੀਤ ਦੇ ਵਿੱਚ ਜਿਹੜੇ ਕੋਈ ਲਫ਼ਜ਼ ਹਨ, ਛੰਦ ਦੀ ਸੰਗਿਆ ਉਹਨੂੰ ਦੀ ਜਾਂਦੀ ਜਿਹੜੇ ਲਫ਼ਜ਼ ਕਾਵ ਵਿੱਚ ਵੀ ਸੰਪੂਰਨ ਹੋਣ ਤੇ ਸੰਗੀਤ ਦੇ ਨਿਯਮਾਂ ਵਿੱਚ ਵੀ ਪੂਰੇ ਉਤਰਦੇ ਹੋਣ, ਜਿਨ੍ਹਾਂ ਨੂੰ ਰਾਗੀ ਸਾਹਿਬਾਨ ਠੀਕ ਢੰਗ ਨਾਲ ਗਾ ਸਕਣ। ਰਾਵਣਾ ਕਰੀਏ ਉਹਦਾ ਆਨੰਦ ਮੰਨਣਾ ਕਰੀਏ, ਜਾਂ ਰਾਵੈ ਉਚਾਰਨ ਕਰੀਏ। ਗੁਰ ਪੁਛ ਲਿਖੋਗੀ ਜੀਓ। ਆ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਪਾਸੋਂ ਉਹ ਗਿਆਤ ਪੂਰਵਕ ਕਹਿੰਦੇ ਸ਼ਬਦ ਨੂੰ, ਉਪਦੇਸ਼ ਨੂੰ ਪੁੱਛ ਕਰਕੇ ਲਿਖਾਂਗੀ ਜੀ। ਸ਼ਬਦ ਸਨੇਹਾ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਸਨੇਹਾ ਮੈਂ ਲਿਖਾਂਗੀ ਪੁੱਛ ਕੇ ਗੁਰੂ ਜੀ ਨੂੰ। ਉਹ ਗੁਰ ਪੁੱਛ ਸ਼ਬਦ ਗੀ ਗਿਆਤ, ਗੀ ਨੋ ਗਿਆਤ ਦਾ ਹੈ। ਗੁਰੂ ਮਹਾਰਾਜ ਦੇ ਪਾਸੋਂ ਕਹਿੰਦੇ ਗਿਆਤ ਪੂਰਵਕ ਜਿਹੜਾ ਸ਼ਬਦ ਹੈ ਨਾ, ਉਹ ਪੁੱਛ ਕੇ ਫੇਰ ਲਿਖਾਂਗੀ। ਇਹੀ ਸਨੇਹਾ ਭੇਜਾਂਗੀ ਵਾਹਿਗੁਰੂ ਨੂੰ। ਸ਼ਬਦ ਸਾਚਾ ਗੁਰ ਦਿਖਾਇਆ। ਹਾਂ, ਇਸ ਕਰਕੇ ਜੋ ਸੱਚਾ ਸ਼ਬਦ ਹੈ ਉਹ ਗੁਰੂ ਮਹਾਰਾਜ ਨੇ, ਸੱਚਾ ਸ਼ਬਦ ਸਭ ਬ੍ਰਹਮ ਹੈ, ਗੁਰੂ ਮਹਾਰਾਜ ਨੇ ਦਿਖਾਇਆ ਹੈ। ਬ੍ਰਹਮ ਦਿਖਾਇਆ ਸੱਚਾ। ਮਨ ਮੁਖੀ ਪਛਤਾਣੀਆਂ। ਪਰ ਜਿਹੜੀਆਂ ਮਨਮੁਖ ਰੂਹਾਂ ਹਨ, ਮਨਮੁਖ ਤੀਵੇਂ ਤਾਂ ਜਾਵਾਂਗੇ, ਉਹ ਤੋਂ ਪਛਤਾਵਾ ਕਰਦੀਆਂ ਹਨ, ਪਛਤਾਉਂਦੀਆਂ ਹਨ। ਇਕ ਸਜਾਤੋ ਰਹਿ ਅਸਥਿਰ। ਜਿਹੜਾ ਕਹਿੰਦੇ ਪਹਿਲਾਂ ਮਨ ਇੱਧਰ ਉੱਧਰ ਨਿਕਲ ਜਾਂਦਾ ਸੀ ਭਜਨ ਸਿਮਰਨ ਕਰਦਿਆਂ ਹੋਇਆਂ, ਹੁਣ ਉਹ ਅਸਥਿਰ ਰਹਿੰਦਾ, ਟਿਕਿਆ ਰਹਿੰਦਾ, ਜਿੱਥੇ ਲਾਇਆ ਉੱਥੇ ਲੱਗਾ ਰਹਿੰਦਾ ਹੈ। ਜਾਮ ਸੱਚ ਪਛਾਣਿਆ। ਜਦੋਂ ਸੱਚ ਸਰੂਪ ਨੂੰ, ਸੱਚੇ ਨਾਮ ਨੂੰ ਪਛਾਣਿਆ ਹੈ। ਸੱਚ ਕੀ ਮਤ ਸਦਾ ਨੌਤਨ। ਹਾਂ, ਜਿਹੜਾ ਸੱਚ ਸਰੂਪ ਹੈ ਉਹਦੀ ਜਿਹੜੀ ਮਤ ਹੈ ਨਾ, ਸਿੱਖਿਆ ਪ੍ਰਾਪਤੀ ਵਾਲੀ, ਉਹ ਸਦਾ ਨੌਤਨ ਨਵੀਨ ਰੂਪ ਹੈ। ਸ਼ਬਦ ਨੇਹ ਨਵੇਲਿਓ। ਇਸੇ ਤਰ੍ਹਾਂ ਜਿਹੜਾ ਸ਼ਬਦ ਦਾ ਨੇਹੋ ਕੀ ਇਹ ਪ੍ਰੇਮ ਹੈ, ਇਹ ਵੀ ਨਵੇਲੋ ਕੀ ਨਵੇਲ ਨਵੀਨ ਹੀ ਹੈ, ਨਵਾਂ ਹੀ ਹੈ। ਨਾਨਕ ਨਦਰੀ ਸਹਿਜ ਸਾਚਾ। ਕੋਈ ਸ਼ਬਦ ਨੇਹੋ ਨਾ ਵੇਲੋ, ਇਉਂ ਵੀ ਪਾਠ ਕਰਦੇ ਵੀ ਸ਼ਬਦ ਦੇ ਨਾਲ ਜਿਹੜਾ ਪ੍ਰੇਮ ਕਰਨ ਦਾ ਕੋਈ ਵੇੜਾ ਨਹੀਂ ਹੈ, ਹਰ ਸਮੇਂ ਹੀ ਉਹਦਾ ਪ੍ਰੇਮ ਦਾ ਵੇੜਾ ਹੈ। ਮੁੱਖ ਪਾਠ ਨਵੇਲਾ ਹੀ ਕਰਨਾ ਹੈ। ਸ਼ਬਦ ਜਿਹੜਾ ਤਾਂ ਪ੍ਰੇਮ ਹੈ ਆਪਣੇ ਵਾਹਿਗੁਰੂ ਦਾ,
ਉਹ ਵੀ ਨਵੇਲੋ ਨਵਾਂ ਹੀ ਨਵੀਨ ਰੂਪ ਹੈ। ਨਾਨਕ ਨਦਰੀ ਸਹਿਜ ਸਾਚਾ। ਗੁਰੂ ਜੀ ਕਹਿੰਦੇ ਵਾਹਿਗੁਰੂ ਦੀ ਨਜ਼ਰ ਤੋਂ, ਗੁਰੂ ਦੀ ਨਜ਼ਰ ਦੁਆਰਾ ਜਿਹੜਾ ਸਹਿਜ ਸੱਚਾ ਸਰੂਪ ਉਹ ਪ੍ਰਾਪਤ ਹੁੰਦਾ ਹੈ। ਮਿਲਹੁ ਸਖੀ ਸਹੇਲੀ ਹੋ। ਇਸ ਕਰਕੇ ਹੇ ਸਖੀਓ ਸ਼ਰਧਾ ਵਾਲਿਓ, ਹੇ ਸਹੇਲੀਓ ਭਗਤੀ ਕਰਨ ਵਾਲਿਓ, ਤੁਸੀਂ ਮਿਲ ਜੋ ਇਸ ਢੰਗ ਨਾਲ। ਮੇਰੀ ਇਸ ਪੁੰਨੇ ਜੀਓ। ਹੁਣ ਉਹ ਜਿਹੜਾ ਉੱਤਮ ਸਖੀ ਹੈ ਨਾ, ਜਿਹੜਾ ਜਾਨੀ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਕੋਈ ਗੁਰਮੁਖ ਹੈ, ਉਸ ਰੂਪ ਵਿੱਚ ਕਹਿੰਦੇ ਹਨ ਮੇਰੀ ਇੱਛਾ ਜਿਹੜੀ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਸੀ ਉਹ ਪੂਰੀ ਹੋ ਗਈ ਹੈ। ਹਮ ਘਰ ਸਾਜਨ ਆਇਆ। ਕਿਉਂਕਿ ਸਾਡੇ ਪ੍ਰਤੱਖ ਘਰ ਵਿੱਚ ਸਰਗੁਣ ਰੂਪ ਦੇ ਵਿੱਚ ਇਸੇ ਤਰ੍ਹਾਂ ਹਿਰਦੇ ਰੂਪ ਘਰ ਦੇ ਵਿੱਚ ਵੀ ਉਹ ਸੱਜਣ ਵਾਹਿਗੁਰੂ ਆਇਆ, ਆ ਗਿਆ ਹੈ। ਉਹ ਸਾਖਿਆਤਕਾਰ ਹੋਏ ਆਇਆ ਹੈ। ਮਿਲ ਵਾਰ ਨਾਰੀ ਮੰਗਲ ਗਾਇਆ। ਇਸ ਕਰਕੇ ਮੇਰੀਆਂ ਜਿਹੜੀਆਂ ਨਾਰੀਆਂ ਇੰਦਰੀਆਂ ਨਾ, ਇਹਨਾਂ ਨੇ ਵਰ ਜਿਹੜਾ ਮਾਲਕ ਹੈ ਵਾਹਿਗੁਰੂ ਉਹਦੇ ਨਾਲ ਲਾੜੇ ਨਾਲ ਮਿਲ ਕਰਕੇ ਮੰਗਲਾਚਾਰ ਗਾਇਆ, ਖੁਸ਼ੀ ਦੇ ਗੀਤ ਗਾਏ ਹਨ। ਗੁਣ ਗਾਏ ਮੰਗਲ ਪ੍ਰੇਮ ਰਹਸੀ। ਹਾਂ, ਇਸੇ ਤਰ੍ਹਾਂ ਮੰਗਲਾਚਾਰ ਵਾਲੇ ਗੁਣ ਗਾ ਕੇ ਪ੍ਰੇਮ ਵਿੱਚ ਹੁਣ ਰਹਿਸੀ ਕੀ ਆਨੰਦ ਹੋ ਰਹੀ ਜਾਂ ਠਿਕਰੀ ਅਸਥਿਰ ਹੋ ਰਹੀ ਹੈ। ਮੁੰਦ ਮਨ ਉਮਾਹੋ। ਇਸ ਤਰ੍ਹਾਂ ਜਿਹੜੀ ਮੁੰਦ ਹੈ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਹੈ, ਉਹਦੇ ਮਨ ਦੇ ਵਿੱਚ ਉਮਾੜਾ ਬਣਿਆ ਹੈ। ਸਾਜਨ ਰਹੰਸੇ ਦੁਸ਼ਟ ਵਿਆਪੇ। ਜਿਹੜੇ ਦੈਵੀ ਗੁਣ ਸੱਜਣ ਹਨ ਉਹ ਰਹੰਸੇ ਕੀ ਆਨੰਦ ਸਹਿਤ ਹੋਏ। ਜਿਹੜੇ ਦੁਸ਼ਟ ਕਾਮ ਆਦਿਕ ਸਨ ਉਹ ਕਹਿੰਦੇ ਵਿਪਤਾ ਵਿੱਚ ਵਿਆਪੇ ਕੀਏ ਫਸ ਗਏ ਹਨ। ਸਾਚ ਜਪ ਸਚ ਲਾਹੋ। ਹਾਂ, ਇਸ ਤਰ੍ਹਾਂ ਸੱਚੇ ਦਾ ਜਾਪ ਕਰਕੇ ਸੱਚੇ ਦੀ ਪ੍ਰਾਪਤੀ ਰੂਪ ਜਿਹੜਾ ਲਾਹਾ ਲਿਆ ਹੈ। ਕਰ ਜੋੜ ਸਾ ਧਨ ਕਰੈ ਬਿਨਤੀ। ਇਸ ਤਰ੍ਹਾਂ ਉਹ ਜਿਹੜੀ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਲੀ ਧਨ ਹੈ ਉਹ ਪ੍ਰਤੱਖ ਵੀ ਹੱਥ ਜੋੜ ਕੇ, ਮਨ ਬੁੱਧ ਹੱਥ ਜੋੜ ਕੇ ਐਨ ਇਸ ਮਨ ਬੁੱਧ ਨੂੰ ਇਕੱਠਿਆਂ ਕਰਕੇ ਬੇਨਤੀ ਕਰਦੀ ਹੈ। ਰੈਣ ਦਿਨ ਰਸ ਪਿੰਨੀਆਂ। ਰਾਤ ਤੇ ਦਿਨ ਉਹਦੀਆਂ ਐਨ ਕਹਿੰਦੇ ਰਸ ਵਿੱਚ ਹੀ ਭਿੰਨੀਆਂ ਰਹਿੰਦੀਆਂ। ਰਾਤ ਦਿਨ ਉਹਦੇ ਬੜੇ ਪ੍ਰੇਮ ਵਿੱਚ ਲੀਨ ਹੋਇਆ ਹੋਇਆ ਬਸਰ ਹੁੰਦੇ ਹਨ। ਨਾਨਕ ਪਿਰ ਧਨ ਕਰਹਿ ਕਲੀਆ। ਗੁਰੂ ਜੀ ਕਹਿੰਦੀ ਨਾਨਕ ਪਿਰ ਧਨ ਕਰਹਿ ਰਲੀਆ। ਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਮਾਲਕ ਦੇ ਨਾਲ ਮਿਲ ਕੇ ਗੁਰਮੁਖ ਰੂਪੀ ਧਨ ਹੈ, ਮਹਾਤਮਾ ਰੂਪੀ ਸਖੀ ਹੈ ਨਾ, ਧਨ ਰੂਪੀ, ਉਹ ਵਾਹਿਗੁਰੂ ਦੇ ਨਾਲ ਮਿਲ ਕੇ ਰਲੀਆਂ ਖੁਸ਼ੀਆਂ ਮੰਨਣਾ ਕਰਦੀ ਹੈ। ਇਸ ਮੇਰੀ ਪੁੰਨੀਆ। ਇਸ ਤਰ੍ਹਾਂ ਕਹਿੰਦੀ ਹੈ ਵੀ ਹੇ ਸਖੀਓ ਸਹੇਲਿਓ ਭਗਤੀ ਵਾਲਿਓ ਸ਼ਰਧਾ ਵਾਲਿਓ, ਮੇਰੀ ਵਾਹਿਗੁਰੂ ਦੀ ਪ੍ਰਾਪਤੀ ਹੋਣ ਕਰਕੇ ਜਿਹੜੀ ਇੱਛਾ ਸੀ ਨਾ ਲੱਗੀ ਉਹ ਪੁੰਨੀਆ ਕੀ ਪੂਰੀ ਹੋ ਗਈ ਹੈ। ਸੋ ਇਸ ਤਰ੍ਹਾਂ ਇਹ ਪਾਵਨ ਪਵਿੱਤਰ ਜਿਹੜੇ ਸ਼ਬਦ ਹਨ ਇੱਕ ਇੱਥੇ ਪੂਰਾ ਹੋਇਆ, ਦੂਸਰਾ ਸ਼ਬਦ ਅੱਗੇ ਹੈ। ਇਹ ਵੀ ਇਸ ਥਮਣ ਸ਼ਾਹ ਦੇ ਪ੍ਰਥਾਏ ਵਿਚਾਰਨ ਹੋਇਆ ਹੈ। ਇਸ ਦੀ ਵਿਚਾਰ ਆਪਾਂ ਕੱਲ੍ਹ ਅੰਮ੍ਰਿਤ ਵੇਲੇ ਦੀਵਾਨ ਵਿੱਚ ਕਰ ਲਵਾਂਗੇ, ਕਿਉਂਕਿ ਸ਼ਬਦ ਵਿੱਚ ਕੋਈ ਭਾਵਾਰਥ ਐਸੇ ਹੀ ਹਨ ਗਹਿਰ ਗੰਭੀਰਤਾ ਵਾਲੇ, ਇੰਨੇ ਕੀ ਮਸਾਂ ਜਾਰਜੇ ਹੋਏ ਹਨ ਜਿੰਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਥੋੜ੍ਹੇ ਰੂਪ ਵਿੱਚ ਆਪਾਂ ਵਿਚਾਰਾਂ ਕਰਕੇ ਲਾਭ ਲਿਆ ਹੈ। ਜਿਵੇਂ ਗੁਰੂ ਮਹਾਰਾਜ ਕਿਰਪਾ ਕਰਨਗੇ ਉਸੇ ਤਰ੍ਹਾਂ ਅਗਲੇ ਸ਼ਬਦ ਦੀ ਵਿਚਾਰ ਕਰਕੇ ਵੀ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ। ਕਰ ਜੋੜ ਸਾ ਧਨ ਕਰੈ ਬਿਨਤੀ। ਰੈਣ ਦਿਨ ਰਸ ਪਿੰਨੀਆਂ। ਨਾਨਕ ਪਿਰ ਧਨ ਕਰਹਿ ਰਲੀਆ। ਇਸ ਮੇਰੀ ਪੁੰਨੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।